थैंक यू। ओके। वाहिगुरु जी का खालसा, वाहिगुरु जी की फतेह जी सारे वीरां भैणां नूं। ਤਾਂ ਆਓ ਆਪਾਂ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਜਿਵੇਂ ਕਿ ਆਪਾਂ ਸੁਖਮਨੀ ਸਾਹਿਬ ਜੀ ਦੀ ਵਿਚਾਰ ਸਮਾਈ ਭਾਈ ਸਾਂਝੀ ਕਰ ਰਹੇ ਹਾਂ, ਤਾਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਜੋ ਕੇਂਦਰੀ ਭਾਵ ਹੈ ਉਹ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। यानी जो प्रभु का हुक्म है वो सारे सुखों की मनी है, सारे सुखों का मूल है। और जो प्रभु के प्यारे ने उस प्रभु के हुक्म नूं अपने मन विच वसाउंदे हन, भाव मन करके दिल करके प्यार दे नाल रब्बी रजा दे अंदर जीवन गुजारते ने। यही उन्हां दे जीवन की सुंदरता का, सुख का, सहज का राज है। तो आओ अगली विचार जो है वो बड़े प्यार नाल सरवण करिए। कहो मानुख ते होए आवे, जो तिस भावे सोई करावे। कहो दा मतलब दसो, मानुख ते क्या होए आवे दा मतलब मनुख तो केड़ा काम हो सकता है। गुरु जी कहते ने दसो, सोचो विचारो और सोच विचार के ये दसो कि मनुख तो केड़ा काम हो सकता है, कि ये कुछ कर सकता है। गुरु जी कहते ने जो तिस भावे सोई करावे। जो प्रभु नूं चंगा लगता है ना वो कराउंदा है, मनुख अपने आप कुछ नहीं कर सकता। हुण यह चीज समझण वाली है, क्योंकि थोड़ी जी गलत इंटरप्रिटेशन जिहड़ी है वो सानूं कुराहे पा सकती है, जां जो असीं पावन बाणी तो लाभ लेना है वो असीं बाणी तो लाभ लै नहीं सकांगे। जे हुण यही कहा जाए कि जो रब चाहुंदा है वो ही साडे तो कराउंदा है, साडे हत्थ विच कुछ नहीं है, ਤਾਂ ਇਹਦਾ ਮਤਲਬ ਫਿਰ ਇਹ ਹੋਏਗਾ ਕਿ ਸਾਡਾ ਕੋਈ ਦੋਸ਼ ਨਹੀਂ। ਜੇ ਅਸੀਂ ਸ਼ਰਾਬ ਪੀ ਰਹੇ ਹਾਂ ਤੇ ਰੱਬ ਪਿਆ ਰਿਹਾ ਹੈ, ਚੋਰੀਆਂ ਕਰ ਰਹੇ ਹਾਂ ਤਾਂ ਰੱਬ ਕਰਾ ਰਿਹਾ ਹੈ, ਤਾਂ ਫਿਰ ਤਾਂ ਮਨੁੱਖ ਬਿਲਕੁਲ ਹੀ ਮੁਕਤ ਹੈ ਨਾ, ਇਹਦਾ ਕੋਈ ਦੋਸ਼ ਹੈ ਹੀ ਨਹੀਂ। ਫਿਰ ਤਾਂ ਪਾਪ ਵਿਕਾਰ ਅਪਰਾਧ ਜੋ ਵੀ ਨੇ ਇਹ ਸਾਰਾ ਕੁਝ ਰੱਬ ਹੀ ਕਰਾ ਰਿਹਾ ਹੈ। ਲੇਕਿਨ ਜੋ ਪਾਵਨ ਬਾਣੀ ਦੇ ਅੰਦਰ ਸਾਨੂੰ ਦੱਸਿਆ ਗਿਆ ਹੈ ਉਹ ਬਿਲਕੁਲ ਯੂਨੀਵਰਸਲ ਟਰੁਥ ਹੈ। ਹੁਣ ਇਹ ਸਮਝਣ ਦੀ ਗੱਲ ਹੈ ਕਿ ਜੋ ਤਿਸ ਭਾਵੇ ਸੋਈ ਕਰਾਵੇ। ਭਾਵੇ ਦਾ ਮਤਲਬ ਜੋ ਰੱਬ ਨੂੰ ਚੰਗਾ ਲੱਗਦਾ ਹੈ, ਭਾਵੇ ਦਾ ਮਤਲਬ ਭਾਣਾ, ਰਜਾ, ਹੁਕਮ। ਤਾਂ ਇਹਨੂੰ ਹੁਣ ਸ਼ਬਦ ਆਪਾਂ ਕਿਹੜਾ ਵਰਤਾਂਗੇ, ਅਨਮਿਊਟ ਰਹਿੰਦਿਆਂ ਹੀ ਬੋਲੋ, ਕਿਹੜਾ ਸ਼ਬਦ ਵਰਤਾਂਗੇ ਹੁਕਮ ਵਾਸਤੇ? ਸਿਸਟਮ। ਤਾਂ ਜੋ ਸਿਸਟਮ ਦੇ ਅੰਦਰ ਹੈ ਬੰਦਾ ਉਹ ਕਰ ਸਕਦਾ ਹੈ, ਸਿਸਟਮ ਤੋਂ ਬਾਹਰ ਕੁਝ ਨਹੀਂ ਕਰ ਸਕਦਾ। कहो मानुख ते क्या हुए आवे कि ये रब्बी हुक्म तो बाहर जो लॉ ऑफ नेचर है या सिस्टम है ਉਹਦੇ ਤੋਂ ਬਾਹਰ ਕੁਝ ਕਰ ਸਕਦਾ ਹੈ। ਸਿਸਟਮ ਤੋਂ ਬਾਹਰ ਤੇ ਕੁਝ ਵੀ ਨਹੀਂ ਕਰ ਸਕਦਾ। ਜਿਵੇਂ ਅਸੀਂ ਨਿੱਕੀਆਂ ਨਿੱਕੀਆਂ ਮਿਸਾਲਾਂ ਦਿੰਦੇ ਹਾਂ ਕਿ ਮੰਨ ਲਓ ਤੁਸੀਂ ਇੱਕ ਕਮਰਾ ਹੈ ਤੇ ਉਹਦੇ ਵਿੱਚ ਫਰਸ਼ ਪਿਆ ਹੋਇਆ ਹੈ, ਪਲਸਤਰ ਹੋਇਆ ਹੈ, ਤੇ ਪਲਸਤਰ ਹੋਏ ਕਮਰੇ ਦੇ ਅੰਦਰ ਕਣਕ ਦਾ ਛੱਟਾ ਦੇ ਦਿਓ, ਬੀਜ ਦਾ, ਤੇ ਫਿਰ ਇਹ ਕਹੋ ਕਿ ਇੱਥੇ ਕਣਕ ਉੱਗ ਜਾਏ ਔਰ ਫਸਲ ਮੈਂ ਵੱਢ ਲਵਾਂ। ਕੀ ਐਵੇਂ ਹੋ ਸਕਦਾ ਹੈ? ਨਹੀਂ ਹੋ ਸਕਦਾ ਨਾ। ਤਾਂ ਇਹਦਾ ਮਤਲਬ ਸਿਸਟਮ ਤੋਂ ਬਾਹਰ ਬੰਦਾ ਕੁਝ ਵੀ ਨਹੀਂ ਕਰ ਸਕਦਾ। ਜੋ ਸਿਸਟਮ ਹੈ ਉਹਦੇ ਅੰਦਰ ਹੀ ਬੰਦਾ ਸਾਰਾ ਕੁਝ ਕਰ ਸਕੇਗਾ। ਰੱਬੀ ਹੁਕਮ ਤੋਂ ਬਾਹਰ ਕੁਝ ਨਹੀਂ ਕਰ ਸਕਦਾ। ਔਰ ਰੱਬੀ ਹੁਕਮ ਤੋਂ ਬਾਹਰ ਬੰਦੇ ਦੇ ਵਸ ਵਿੱਚ ਕੁਝ ਵੀ ਨਹੀਂ ਹੈ ਕਿ ਇਹ ਰਜਾ ਤੋਂ, ਹੁਕਮ ਤੋਂ ਬਾਹਰ ਕਰ ਲਵੇ। ਜੋ ਵੀ ਅੱਜ ਤੱਕ ਖੋਜਾਂ ਹੋਈਆਂ ਨੇ ਉਹ ਸਾਰੀਆਂ ਲਾ ਆਫ ਨੇਚਰ ਨੂੰ ਸਮਝ ਕੇ, ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਰੱਬੀ ਹੁਕਮ ਦੇ ਅੰਦਰ ਹੀ ਹੋ ਰਹੀਆਂ ਨੇ। ਤਾਂ ਇਹਦਾ ਭਾਵ ਇਹ ਹੈ ਕਿ ਰੱਬੀ ਹੁਕਮ ਤੋਂ ਬਾਹਰ ਬੰਦਾ ਕੁਝ ਵੀ ਨਹੀਂ ਕਰ ਸਕਦਾ। ਹੁਣ ਗੁਰੂ ਜੀ ਕਹਿੰਦੇ ਨੇ ਦੱਸੋ ਕਰ ਸਕਦਾ ਹੈ? ਤਾਂ ਨਹੀਂ ਕਰ ਸਕਦਾ। ਇਸਕੇ ਹਾਥ ਹੋਏ ਤਾਂ ਸਭ ਕੁਛ ਲੈ। ਹੁਣ ਗੁਰੂ ਜੀ ਅਗਲੀ ਗੱਲ ਕਰਦੇ ਨੇ ਕਿ ਜੇ ਇਸ ਬੰਦੇ ਦੇ ਆਪਣੇ ਹੱਥ ਵਿੱਚ ਹੋਵੇ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਸਾਂਭ ਲਵੇ, ਹਰ ਸ਼ੈ ਹੀ ਲੈ ਲੈਂਦਾ ਜੋ ਵੀ ਇਹਨੂੰ ਚਾਹੀਦਾ ਹੈ। ਫਿਰ ਤਾਂ ਇਹਨੇ ਸਾਰਾ ਕੁਝ ਲੈ ਲੈਣਾ ਸੀ, ਫਿਰ ਸਾਰੇ ਸੰਸਾਰ ਦਾ ਮਾਲਕ ਹੀ ਆਪ ਬਣ ਜਾਵੇ। ਫਿਰ ਤਾਂ ਜਦੋਂ ਇਹਦਾ ਜੀ ਕਰੇ ਸੂਰਜ ਨੂੰ ਚੜਾ ਦੇਵੇ, ਜਦੋਂ ਜੀ ਕਰੇ ਛੁਪਾ ਦੇਵੇ, ਕਰ ਲੈਂਦਾ ਨਾ ਐਵੇਂ। ਇਸਕੇ ਹਾਥ ਹੋਏ ਤਾਂ ਸਭ ਕੁਛ ਲੈ, ਫਿਰ ਤਾਂ ਸਾਰਾ ਕੁਛ ਲੈ ਲਵੇ। ਪਰ ਗੁਰੂ ਜੀ ਕਹਿੰਦੇ ਨੇ ਜੋ ਤਿਸ ਭਾਵੇ ਸੋਈ ਕਰੇ। ਜੋ ਉਸ ਪ੍ਰਭੂ ਨੂੰ ਪਾਉਂਦਾ ਹੈ ਉਹ ਕਰਦਾ ਹੈ। ਯਾਨੀ ਰੱਬ ਦਾ ਹੁਕਮ ਹੈ, ਕੁਦਰਤ ਦੇ ਨੇਮ ਨੇ, ਉਹਨਾਂ ਨੇਮਾਂ ਤੋਂ ਬਾਹਰ ਨਹੀਂ ਕੁਝ ਕਰ ਸਕਦਾ, ਉਹਨਾਂ ਨੇਮਾਂ ਤੋਂ ਬਾਹਰ ਕੁਝ ਨਹੀਂ ਲੈ ਸਕਦਾ। ਤੇ ਨੇਮਾਂ ਦੇ ਅੰਦਰ ਰਹਿ ਕੇ ਸਾਰਾ ਕੁਝ ਲੈ ਸਕਦਾ ਹੈ। ਜੇ ਅਸੀਂ ਸੁਖ ਸ਼ਾਂਤੀ ਦੀ ਗੱਲ ਕਰੀਏ
ਸਾਡੇ ਜੀਵਨ ਵਿੱਚ ਖੁਸ਼ੀ ਆਵੇ, ਸੁਖ ਆਵੇ, ਸ਼ਾਂਤੀ ਆਵੇ, ਤਾਂ ਇਹ ਸਾਰਾ ਕੁਝ ਨੇਮ ਦੇ ਅੰਦਰ ਹੈ ਨਾ। ਤੇ ਉਹ ਨੇਮ ਨੇ ਕਿ ਅਸੀਂ ਪਿਆਰ ਦੇ ਨਾਲ ਰਹੀਏ, ਸੱਚੀ ਜ਼ਿੰਦਗੀ ਜੀਵੀਏ, ਇੱਕ ਦੂਜੇ ਦਾ ਸਹਿਯੋਗ ਕਰੀਏ, ਤਾਂ ਅਸੀਂ ਇਹ ਸਾਰਾ ਕੁਝ ਲੈ ਸਕਦੇ ਹਾਂ ਨੇਮ ਵਿੱਚ ਰਹਿ ਕੇ। ਤੇ ਜੇ ਅਸੀਂ ਕਹੀਏ ਕਿ ਇਹਨਾਂ ਨੇਮਾਂ ਤੋਂ ਬਾਹਰ ਅਸੀਂ ਈਰਖਾ, ਦ્વੈਸ਼, ਵੈਰ ਵਿਰੋਧ ਵਾਲੀ ਜ਼ਿੰਦਗੀ ਜੀਵੀਏ ਤੇ ਮਿਲੇ ਸਾਨੂੰ ਸੁੱਖ, ਐਵੇਂ ਨਹੀਂ ਹੋ ਸਕਦਾ। ਜੋ ਰੱਬ ਨੂੰ ਪਾਉਂਦਾ ਹੈ, ਭਾਵ ਜੋ ਰੱਬ ਦੇ ਹੁਕਮ ਨੇ, ਰੱਬ ਦੇ ਜੋ ਨੇਮ ਨੇ ਕੁਦਰਤ ਦੇ ਬਣਾਏ, ਉਹਨਾਂ ਅਨੁਸਾਰ ਹੀ ਬੰਦਾ ਕੁਝ ਕਰ ਸਕਦਾ ਹੈ, ਉਹਨਾਂ ਤੋਂ ਬਾਹਰ ਨਹੀਂ। ਅਣਜਾਣਤ ਵਿਖਿਆ ਮਹਿ ਰਚੈ। ਅਣਜਾਣਤ ਦਾ ਮਤਲਬ ਨਾ ਜਾਣਦਾ ਹੋਇਆ, ਬੇਸਮਝੀ ਦੇ ਕਾਰਨ ਮਨੁੱਖ ਮਾਇਆ ਦੇ ਵਿੱਚ ਰਚਿਆ ਹੋਇਆ ਹੈ। ਵਿਖਿਆ ਦਾ ਮਤਲਬ ਜ਼ਹਿਰ, ਮਾਇਆ। ਤਾਂ ਇਹ ਜ਼ਹਿਰ ਦੇ ਅੰਦਰ ਖਚਤ ਹੈ, ਪਾਪਾਂ ਦੇ ਅੰਦਰ ਖਚਤ ਹੈ, ਮਾਇਆ ਵਿੱਚ ਖਚਤ ਹੈ, ਬੇਸਮਝੀ ਦੇ ਕਾਰਨ। ਹੁਣ ਇਹਦੀ ਬੇਸਮਝੀ ਕੀ ਹੈ? ਮਾਇਆ ਬਾਰੇ ਤਾਂ ਆਪ ਸਾਰੇ ਹੁਣ ਸਮਝਦੇ ਹੀ ਹੋ ਕਿ ਮਾਇਆ ਸਾਡੀ ਇੱਕ ਮੈਂਟੈਲਿਟੀ ਦਾ ਨਾਮ ਹੈ। ਉਹ ਸੋਚ ਜੋ ਸਾਨੂੰ ਇੱਕ ਦੂਜੇ ਵਿੱਚ ਰੱਬ ਨੂੰ ਨਹੀਂ ਵੇਖਣ ਦਿੰਦੀ। ਸਾਡੀ ਉਹ ਸੋਚ, ਜਿਹੜੀ ਸੋਚ ਸਾਨੂੰ ਸੈਲਫਿਸ਼ ਬਣਾਉਂਦੀ ਹੈ, ਜਿਹੜੀ ਸੋਚ ਸਾਨੂੰ ਅੰਦਰੋਂ ਹੋਰ ਤੇ ਬਾਹਰੋਂ ਹੋਰ ਬਣਾਉਂਦੀ ਹੈ, ਤਾਂ ਇਹ ਸੋਚ ਦੇ ਅੰਦਰੋਂ ਅਸੀਂ ਸੁੱਖ ਪਾਣਾ ਚਾਹੁੰਦੇ ਹਾਂ। ਈਰਖਾ, ਦ્વੈਸ਼, ਵੈਰ ਵਿਰੋਧ ਵਾਲੀ ਜ਼ਿੰਦਗੀ, ਪਾਪਾਂ ਵਿਕਾਰਾਂ ਵਾਲੀ ਜ਼ਿੰਦਗੀ ਜੀ ਕੇ ਬੰਦਾ ਸੁੱਖ ਪਾਣਾ ਚਾਹੁੰਦਾ ਹੈ। ਇਹ ਬੇਸਮਝੀ ਦੇ ਕਾਰਨ ਇਹਨਾਂ ਔਗਣਾਂ ਦੇ ਵਿੱਚ ਰਚਿਆ ਹੋਇਆ ਹੈ ਕਿ ਸ਼ਾਇਦ ਇਹਨਾਂ ਔਗਣਾਂ ਦੇ ਵਿੱਚੋਂ ਮੈਨੂੰ ਸੁੱਖ ਮਿਲ ਜਾਏ। ਈਰਖਾ, ਦ્વੈਸ਼ ਤੋਂ, ਵੈਰ ਵਿਰੋਧ ਤੋਂ, ਕਾਮ ਕ੍ਰੋਧ ਵਿੱਚੋਂ, ਇਹਨਾਂ ਸਾਰੇ ਕਰਮਾਂ ਕਰਕੇ ਮੈਨੂੰ ਸੁੱਖ ਮਿਲ ਜਾਏ। ਹੁਣ ਬੇਸਮਝੀ ਹੈ ਨਾ, ਐਸਾ ਹੋ ਨਹੀਂ ਸਕਣਾ ਕਦੇ, ਕਿਉਂਕਿ ਰੱਬ ਦੀ ਰਜ਼ਾ ਹੈ, ਨੇਮ ਨੇ, ਭਾਣਾ ਹੈ। ਅਣਜਾਣਤ ਵਿਖਿਆ ਮਹਿ ਰਚੈ, ਇਹ ਬੇਸਮਝੀ ਦੇ ਕਾਰਨ, ਅਗਿਆਨਤਾ ਦੇ ਕਾਰਨ ਵਿਕਾਰਾਂ ਦੇ ਅੰਦਰ ਖਚਿਤ ਰਹਿੰਦਾ ਹੈ। ਜੇ ਜਾਣਤ ਆਪਨ ਆਪ ਬਚੈ। ਜੇ ਜਾਣਤ ਦਾ ਮਤਲਬ ਜੇ ਜਾਣਦਾ ਹੋਵੇ, ਜੇ ਸਮਝਦਾਰ, ਸਮਝ ਵਾਲਾ ਹੋਵੇ, ਸਿਆਣਾ ਹੋਵੇ, ਤਾਂ ਆਪਨ ਆਪ ਬਚੇ, ਤਾਂ ਫਿਰ ਇਹ ਇਸ ਵਿਕਾਰਾਂ ਤੋਂ ਬਚਿਆ ਰਵੇ। ਫਿਰ ਇਹ ਵਿਕਾਰਾਂ ਦੇ ਅੰਦਰ ਖਚਤ ਨਾ ਹੋਵੇ। ਜਿਸ ਨੂੰ ਗਿਆਨ ਹੋਵੇ, ਜਿਹਨੂੰ ਸਮਝ ਹੋਵੇ, ਜੇ ਬੰਦਾ ਸਮਝਦਾਰ ਹੋਵੇ, ਗਿਆਨ ਦੀ ਸਹੀ ਵਰਤੋਂ ਕਰੇ, ਤਾਂ ਫਿਰ ਇਹਨਾਂ ਵਿਕਾਰਾਂ ਵਿੱਚ ਖਚਤ ਨਹੀਂ ਹੋਏਗਾ। ਆਪਨ ਆਪ ਬਚੇ, ਫਿਰ ਆਪਣੇ ਆਪ ਇਸ ਮਾਇਆ ਤੋਂ ਬਚਿਆ ਰਹੇ। ਲੇਕਿਨ ਇਹ ਬਚਿਆ ਰਹਿ ਨਹੀਂ ਰਿਹਾ। ਈਰਖਾ, ਦ્વੈਸ਼ ਦੇ ਅੰਦਰ ਇਹ ਖਚਤ ਹੈ, ਪਾਪਾਂ ਵਿਕਾਰਾਂ ਦੇ ਵਿੱਚ ਖਚਤ ਹੈ, ਮਾੜੀ ਸੋਚ ਦੇ ਅੰਦਰ ਖਚਤ ਹੈ, ਅਗਿਆਨਤਾਵਸ਼। ਤੇ ਇਹਨੂੰ ਇੱਕ ਭਰਮ ਹੈ ਕਿ ਸ਼ਾਇਦ ਇਸ ਢੰਗ ਦੇ ਨਾਲ ਮੇਰੇ ਜੀਵਨ ਵਿੱਚ ਸੁੱਖ ਆ ਜਾਏ ਜਾਂ ਮੈਂ ਕਾਮਯਾਬ ਹੋ ਜਾਵਾਂ। ਭਰਮੇ ਭੂਲਾ ਦਹਿ ਦਿਸ ਧਾਵੈ। ਧਾਵੈ ਦਾ ਮਤਲਬ ਦੌੜਦਾ ਹੈ। ਦਹਿ ਦਿਸ ਦਾ ਮਤਲਬ ਦਸੀ ਪਾਸ਼ੀ, ਯਾਨੀ ਚੁਫੇਰੇ ਸੰਸਾਰ ਦੇ ਵਿੱਚ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਭੁਲੇਖੇ ਦੇ ਵਿੱਚ ਪਿਆ ਹੋਇਆ, ਭਰਮ ਦੇ ਅੰਦਰ ਪਿਆ ਹੋਇਆ, ਦਸੀ ਪਾਸੀ ਇਹ ਮਨੁੱਖ ਦੌੜਦਾ ਹੈ। ਚਾਰ ਚੁਫੇਰੇ ਦਾ ਮਨ ਦੌੜ ਰਿਹਾ ਹੈ। ਦੌੜਨ ਦਾ ਮਤਲਬ ਭਟਕ ਰਿਹਾ ਹੈ। ਭਟਕਣ ਤੋਂ ਭਾਵ ਇਹਦੀ ਜ਼ਿੰਦਗੀ ਦਾ ਕੋਈ ਉੱਚਾ ਆਦਰਸ਼ ਨਹੀਂ, ਇਹਦੇ ਜੀਵਨ ਦਾ ਕੋਈ ਗੋਲ ਨਹੀਂ। ਜਿਵੇਂ ਅਸੀਂ ਰੋਜ਼ ਇਹ ਚੀਜ਼ ਦੀ ਵਿਚਾਰ ਕਰ ਰਹੇ ਹਾਂ ਕਿ ਜਿਸ ਮਨੁੱਖ ਦਾ ਗੋਲ ਨਹੀਂ ਹੈ, ਉਹ ਮਨੁੱਖ ਅਸ਼ਾਂਤ ਰਹੇਗਾ। ਜਿਸ ਮਨੁੱਖ ਦਾ ਕੋਈ ਗੋਲ ਨਹੀਂ, ਉਹਨੂੰ ਸੁੱਖ ਕਿਵੇਂ ਮਿਲੇਗਾ? ਉਹ ਤਾਂ ਉਸ ਕਿਸ਼ਤੀ ਵਰਗਾ ਹੈ ਜਿਸ ਕਿਸ਼ਤੀ ਨੂੰ ਸਮੁੰਦਰ ਵਿੱਚ ਛੱਡ ਦਿੱਤਾ ਹੈ, ਪਰ ਉਸ ਕਿਸ਼ਤੀ ਦੇ ਅੰਦਰ ਕੋਈ ਮਲਾਹ ਨਹੀਂ, ਕੋਈ ਚੱਪੂ ਨਹੀਂ, ਕੋਈ ਇੰਜਨ ਨਹੀਂ। ਉਹ ਤਾਂ ਜਿੱਧਰ ਲਹਿਰਾਂ ਆਉਣਗੀਆਂ ਉਧਰ ਕਿਸ਼ਤੀ ਭਟਕਦੀ ਰਹੇਗੀ ਔਰ ਅਖੀਰ ਉਹ ਕਿਸ਼ਤੀ ਡੁੱਬ ਜਾਏਗੀ, ਕਿਉਂਕਿ ਉਹਦਾ ਗੋਲ ਨਹੀਂ ਨਾ, ਉਹ ਕਿਤੇ ਪਹੁੰਚੇਗੀ ਨਹੀਂ। ਇਸੇ ਤਰ੍ਹਾਂ ਜਿਸ ਮਨੁੱਖ ਦੀ ਜ਼ਿੰਦਗੀ ਦਾ ਕੋਈ ਗੋਲ ਹੀ ਨਹੀਂ ਹੈ, ਉਸ ਕਿਸ਼ਤੀ ਦੀ ਤਰ੍ਹਾਂ ਭਟਕ ਰਿਹਾ ਹੈ। ਸਰੀਰਕ ਗੋਲ ਨਹੀਂ, ਮਾਨਸਿਕ ਗੋਲ ਨਹੀਂ, ਬੌਧਿਕ ਗੋਲ ਨਹੀਂ, ਆਤਮਿਕ ਗੋਲ ਨਹੀਂ, ਪਰਿਵਾਰਕ ਔਰ ਵਿਵਹਾਰਕ ਤੌਰ ਤੇ ਮੈਂ ਕੈਸੀ ਜ਼ਿੰਦਗੀ ਜੀਣੀ ਚਾਹੁੰਦਾ, ਕੋਈ ਗੋਲ ਹੀ ਨਹੀਂ। ਮੈਂ ਆਪਣਾ weight ਕਿੰਨਾ ਰੱਖਣਾ ਹੈ, ਸਰੀਰਕ ਤੌਰ ਤੇ ਮੈਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਹੈ, ਤਾਂ ਉਹਦੇ ਵਾਸਤੇ ਮੈਂ ਖੁਰਾਕ ਕੈਸੀ ਖਾਣੀ ਹੈ, ਮੇਰੀ ਮੈਂਟੈਲਿਟੀ कैसी चाहिए है, मैं बौद्धिक विकास कैसा करना है, आत्मिक जिंदगी कैसी जीनी है, मेरा परिवार का जिहड़ा जीवन है या साडा परिवार का सांझा गोल है वो कैसा होना चाहिए। बंदे का गोल नहीं है ते बिना गोल तो ही भटक रहा है। ते जे मनुख अपनी जिंदगी का एक गोल बना लवे कि मैं सच्चार होना है, मन बचन कर्म करके मैं सच दे धारनी होना है, ਤਾਂ ਫਿਰ ਇਹਦਾ ਮਨ ਨਹੀਂ ਭਟਕੇਗਾ, ਫਿਰ ਸੰਚਾਰਤਾ ਦੇ ਉੱਤੇ ਇਹ ਟਿਕ ਜਾਏਗਾ।
ਭਰਮੇ ਭੂਲਾ ਦਹਿ ਦਿਸ ਧਾਵੈ, ਨਿਮਕ ਮਾਹੇ ਚਾਰ ਕੁੰਡ ਫਿਰ ਆਵੇ। ਨਿਮਕ ਦਾ ਮਤਲਬ ਅੱਖ ਦੇ ਫਰਕਣ ਜਿੰਨਾ ਸਮਾਂ, ਚਾਰ ਕੁੰਡ ਦਾ ਮਤਲਬ ਚਾਰੇ ਨੁੱਕਰਾਂ ਚੋਂ ਫੇਰਾ। ਅੱਖ ਦੇ ਫੋਰ ਵਿੱਚ ਚਾਰਾਂ ਕੁੰਡਾਂ ਵਿੱਚ ਹੀ ਭੱਜ ਦੌੜ ਕਰ ਹੁੰਦਾ ਹੈ। ਹੁਣ ਅਸੀਂ ਇੰਗਲੈਂਡ ਬੈਠੇ ਹਾਂ ਤੇ ਮਨ ਇੱਕ ਪਲ ਦੇ ਵਿੱਚ ਹੀ ਇੰਡੀਆ ਚਲਾ ਗਿਆ। ਇੰਡੀਆ ਵਾਲਿਆਂ ਦਾ ਇੰਗਲੈਂਡ ਤੇ ਅਮਰੀਕਾ ਘੁੰਮਾਇਆ। ਸਾਡੇ ਮਨ ਦੇ ਵਿੱਚ ਕਦੇ ਈਰਖਾ ਆ ਗਈ ਤੇ ਕਦੇ ਪ੍ਰੇਮ ਆ ਗਈ, ਕਦੇ ਮਨ ਇੱਕ ਪਾਸੇ ਤੇ ਕਦੇ ਦੂਜੇ ਪਾਸੇ, ਕਿਉਂਕਿ ਟਿਕਾਵ ਨਹੀਂ ਨਾ। ਤੇ ਟਿਕਾਵ ਇਸ ਕਰਕੇ ਨਹੀਂ ਕਿ ਟਿਕੇ ਕਿੱਥੇ, ਗੋਲ ਤੇ ਕੋਈ ਹੈ ਹੀ ਨਹੀਂ। ਜੇ ਸਚਿਆਰ ਹੋਣ ਨੂੰ ਮਨੁੱਖ ਆਪਣਾ ਗੋਲ ਬਣਾ ਲਵੇ ਕਿ ਮੈਂ ਸਚਿਆਰ ਹੋਣਾ ਹੈ, ਬਾਕੀ ਕਾਰੋਬਾਰ ਇਸੇ ਤਰ੍ਹਾਂ ਹੀ ਕਰੇਗਾ, ਲੇਕਿਨ ਇਹਦੀ ਜ਼ਿੰਦਗੀ ਦਾ ਇੱਕ ਗੋਲ ਹੋਏਗਾ, ਫਿਰ ਇਹ ਸੱਚੇ ਕਰਮ ਕਰੇਗਾ, ਫਿਰ ਇਹਦਾ ਮਨ ਕਿਤੇ ਭਟਕੇਗਾ ਹੀ ਨਹੀਂ। ਅਗਲਾ ਬਚਨ ਕਰਦੇ ਨੇ ਗੁਰੂ ਜੀ, ਕਰ ਕਿਰਪਾ ਜਿਸ ਆਪਣੀ ਭਗਤੀ ਦੇ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਸੌਰੀ ਮੈਂ ਭਗਤੀ ਬੋਲ ਰਿਹਾ, ਕਰ ਕਿਰਪਾ ਜਿਸ ਆਪਣੀ ਭਗਤ ਦੇ। ਰੱਬ ਮਿਹਰ ਕਰਕੇ ਜਿਹਨੂੰ ਆਪਣੀ ਭਗਤੀ ਬਖਸ਼ਦਾ ਹੈ। ਹੁਣ ਇਹ ਭਗਤੀ ਸਮਝ ਲੈਣਾ ਕਿ ਰੱਬ ਦੀ ਭਗਤੀ ਕੀ ਹੈ, ਰੱਬ ਦੀ ਰਜ਼ਾ ਵਿੱਚ ਤੁਰਨਾ, ਰੱਬ ਦੇ ਗੁਣਾਂ ਦੇ ਧਾਰਨੀ ਹੋਣਾ, ਹੁਕਮ ਰਜ਼ਾਈ ਚੱਲਣਾ, ਇਹ ਰੱਬ ਦੀ ਭਗਤੀ ਹੈ। ਰੱਬ ਦੇ ਗੁਣਾਂ ਦੇ ਧਾਰਨੀ ਹੋਣਾ ਰੱਬ ਦੀ ਭਗਤੀ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਰੱਬ ਦੀ ਭਗਤੀ ਦਾ ਮਤਲਬ ਰੱਬ ਦੇ ਗੁਣਾਂ ਦੇ ਧਾਰਨੀ ਹੋਣਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਨੂੰ ਰਹਿਮਤ ਕਰਕੇ ਰੱਬ ਆਪਣੇ ਗੁਣਾਂ ਦੀ ਦਾਤ ਦਿੰਦਾ ਹੈ, ਨਾਨਕ ਤੇ ਜਨ ਨਾਮ ਮਿਲੇ। ਇੱਥੇ ਨਾਮ ਦਾ ਮਤਲਬ ਹੈ ਰੱਬ, ਮਿਲੇ ਦਾ ਮਤਲਬ ਮਿਲ ਜਾਣ। ਉਹ ਪ੍ਰਭੂ ਦੇ ਅੰਦਰ ਹੀ ਮਿਲ ਜਾਂਦੇ ਨੇ, ਰੱਬ ਦਾ ਹੀ ਰੂਪ ਹੋ ਜਾਂਦੇ ਨੇ, ਨਾਮ ਦਾ ਹੀ ਰੂਪ ਹੋ ਜਾਂਦੇ ਨੇ, ਨਾਮੀ ਦਾ ਹੀ ਰੂਪ ਹੋ ਜਾਂਦੇ ਨੇ। ਗੁਣ ਕਹੇ ਗੁਣੀ ਸਮਾਵਣਿਆ, ਗੁਣ ਗਾਉਂਦੇ, ਗੁਣਾਂ ਦੀ ਵਿਚਾਰ ਕਰਦੇ, ਗੁਣਾਂ ਬਾਰੇ ਸੋਚਦੇ, ਗੁਣਾਂ ਵਾਲੇ ਵਿਹਾਰ ਕਰਦੇ, ਆਖਿਰ ਉਹ ਗੁਣਾਂ ਦੇ ਵਿੱਚ ਹੀ ਸਮਾ ਜਾਂਦੇ ਨੇ, ਗੁਣੀ ਰੱਬ ਦੇ ਵਿੱਚ ਹੀ ਸਮਾ ਜਾਂਦੇ ਨੇ। ਤਾਂ ਕਰ ਕਿਰਪਾ ਜਿਸ ਆਪਣੀ ਭਗਤ ਦੇ, ਜੇ ਰੱਬੀ ਗੁਣਾਂ ਦੇ ਨਾਲ ਬੰਦਾ ਜੁੜ ਜਾਏ ਤਾਂ ਉਹ ਬੰਦਾ ਰੱਬ ਦੇ ਅੰਦਰ ਸਮਾ ਕੇ ਰੱਬ ਦਾ ਰੂਪ ਹੋ ਜਾਏਗਾ। ਨਾਨਕ ਤੇ ਜਨ ਨਾਮ ਮਿਲੇ, ਉਹ ਨਾਮ ਦੇ ਅੰਦਰ ਮਿਲ ਜਾਏਗਾ, ਉਹ ਗੁਣਾਂ ਦੇ ਅੰਦਰ ਅਪੇਟ ਹੋ ਜਾਏਗਾ, ਰੱਬੀ ਰੂਪ ਹੋ ਜਾਏਗਾ। ਖਿਨਮਹਿ ਨੀਚ ਕੀਟ ਕੋ ਰਾਜ, ਹੁਣ ਰੱਬ ਕੈਸਾ ਹੈ? ਨੀਚ ਕੀਟ ਦਾ ਮਤਲਬ ਕਿ ਨੀਵਾਂ ਜਿਹਾ ਜਿਹੜਾ ਕੀੜਾ ਹੈ, ਕੀਟ ਦਾ ਮਤਲਬ ਕੀੜਾ। ਪਲ ਵਿੱਚ ਕੀੜੇ ਦੇ ਤੁੱਛ ਜੀਵ ਨੂੰ ਰੱਬ ਰਾਜ ਦੇ ਸਕਦਾ ਹੈ। ਖਿੰਨ ਵਿੱਚ ਪ੍ਰਭੂ ਕੀੜੇ ਵਰਗੇ ਨੀਵੇਂ ਮਨੁੱਖ ਨੂੰ ਰਾਜ ਦੇ ਦਿੰਦਾ ਹੈ। ਹੁਣ ਦੇਖੋ, ਕੀੜੇ ਵਰਗਾ ਮਨੁੱਖ ਕੀ ਹੈ? ਜਿਸ ਦੀ ਬਿਰਤੀ ਨੀਵੀਂ ਹੈ, ਜਿਸ ਦੇ ਅੰਦਰ ਔਗਣ ਨੇ, ਵਿਕਾਰ ਨੇ, ਪਾਪ ਨੇ, ਤੇ ਉਸ ਬੰਦੇ ਨੂੰ ਇੱਕ ਪਲ ਦੇ ਅੰਦਰ ਹੀ ਉਹ ਰਾਜਾ ਬਣਾ ਦਿੰਦਾ ਹੈ। ਪਾਰ ਬ੍ਰਹਮ ਗਰੀਬ ਨਿਵਾਜ, ਕਿਉਂਕਿ ਪਾਰ ਬ੍ਰਹਮ ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਹੁਣ ਸਿਸਟਮ ਦੇ ਅੰਦਰ ਦੁਨੀਆ ਦਾ ਰਾਜ ਵੀ ਪਾਇਆ ਜਾ ਸਕਦਾ ਹੈ। ਜੋ ਸਿਸਟਮ ਵਿੱਚ ਚੱਲੇਗਾ ਉਹ ਰਾਜਾ ਬਾਦਸ਼ਾਹ ਦੁਨੀਆ ਦਾ ਵੀ ਬਣ ਜਾਏਗਾ। ਬਾਕੀ ਜੋ ਖਾਸ ਗੱਲ ਹੈ, ਹੁਣ ਸਾਰੇ ਤਾਂ ਬਾਦਸ਼ਾਹ ਬਣ ਨਹੀਂ ਨਾ ਸਕਦੇ। ਇੱਕ ਏਰੀਏ ਦੇ ਵਿੱਚ MLA ਤਾਂ ਇੱਕ ਹੀ ਹੋਏਗਾ, ਇੱਕ ਜ਼ਿਲ੍ਹੇ ਵਿੱਚ DC ਤਾਂ ਇੱਕ ਹੀ ਹੋਏਗਾ, SP ਤਾਂ ਇੱਕ ਹੀ ਹੋਏਗਾ, ਸਾਰੇ ਤੇ ਨਹੀਂ ਨਾ ਬਣ ਚੱਲੇ। ਤਾਂ ਹੁਣ ਅਸਲ ਰਾਜ ਕੀ ਹੈ? ਇੱਕ ਰਾਜ ਹੋਰ ਹੈ ਜੋ ਅਸੀਂ ਸਾਰੇ ਕਰ ਸਕਦੇ ਹਾਂ, ਜੋ ਅਸੀਂ ਸਾਰੇ ਰਾਜੇ ਬਣ ਸਕਦੇ ਹਾਂ, ਉਹ ਹੈ ਦਿਲਾਂ ਦੇ ਉੱਤੇ ਰਾਜ ਕਰਨਾ। ਜਿਹੜਾ ਨਿਮਾਣਾ, ਜਿਹੜਾ ਔਗਣਹਾਰਾ ਬੰਦਾ ਹੈ, ਜਿਹਨੂੰ ਸਾਰੇ ਲੋਕ ਨਫ਼ਰਤ ਕਰਦੇ ਨੇ, ਨਫ਼ਰਤ ਦੀ ਨਜ਼ਰ ਦੇ ਨਾਲ ਵੇਖਦੇ ਨੇ, ਜੇ ਉਹ ਰੱਬੀ ਸ਼ਰਨ ਵਿੱਚ ਆ ਜਾਏ, ਗੁਣਾਂ ਦਾ ਧਾਰਨੀ ਹੋ ਜਾਏ, ਤਾਂ ਉਹ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਨ ਵਾਲਾ ਬਣਦਾ। ਅਸੀਂ MLA MP ਪ੍ਰਧਾਨ ਮੰਤਰੀ ਨਾ ਵੀ ਬਣ ਸਕੀਏ, ਫਿਰ ਵੀ ਅਸੀਂ ਰਾਜੇ ਹੋ ਸਕਦੇ ਹਾਂ, ਫਿਰ ਵੀ ਅਸੀਂ ਲੋਕਾਂ ਦੇ ਦਿਲਾਂ ਤੇ ਰਾਜ ਕਰ ਸਕਦੇ ਹਾਂ। ਕਿੰਨੇ ਐਸੇ ਲੋਕ ਨੇ ਸਾਡੇ ਪਿੰਡਾਂ, ਸ਼ਹਿਰਾਂ ਵਿੱਚ, ਸਮਾਜ ਵਿੱਚ, ਸਾਡੇ ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ ਵਿੱਚ, ਜਿਹੜੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ, ਜਿਨ੍ਹਾਂ ਵਾਸਤੇ ਤੁਹਾਡੇ ਦਿਲਾਂ ਦੇ ਦਰਵਾਜ਼ੇ ਖੁੱਲੇ ਨੇ, ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ, ਜਿਨ੍ਹਾਂ ਦੇ ਨਾਲ ਅਸੀਂ ਮਿਲਣਾ ਚਾਹੁੰਦੇ ਹਾਂ, ਜਿਨ੍ਹਾਂ ਦੇ ਅਸੀਂ ਸਲਾਹ ਲੈਣਾ ਚਾਹੁੰਦੇ ਹਾਂ, ਜਿਨ੍ਹਾਂ ਦੇ ਅੰਦਰ ਕੋਈ ਬੁਰਾਈ ਨਹੀਂ ਹੈ। ਤਾਂ ਜਿਹੜਾ ਨੀਵੀਂ ਬਿਰਤੀ ਵਾਲਾ ਬੰਦਾ ਹੈ, ਉਹ ਵੀ ਮਹਾਨ ਗੁਣਾਂ ਵਾਲਾ ਰਾਜਾ ਔਰ ਬਾਦਸ਼ਾਹ ਬਣ ਸਕਦਾ ਹੈ। ਦੂਜੀ ਗੱਲ, ਆਪਣੇ ਮਨ ਦੇ ਉੱਤੇ ਕੰਟਰੋਲ ਕਰਨ ਵਾਲਾ ਬਣ ਸਕਦਾ ਹੈ। ਅਸੀਂ ਆਪਣੇ ਮਨ ਦੇ ਅਧੀਨ ਹਾਂ, ਤੇ ਜੇ ਚਾਹੀਏ ਤੇ ਅਸੀਂ ਆਪਣੇ ਮਨ ਦੇ ਉੱਤੇ
ਰਾਜ ਕਰ ਸਕਦੇ ਹਾਂ। ਆਤਮ ਜਿਣੇ ਸਗਲ ਵਸਤਾਂ ਕੈ ਜਾ ਕਾ ਸਤਿਗੁਰ ਪੂਰਾ। ਆਪਣੇ ਆਪੇ ਨੂੰ ਜਿੱਤ ਲਈਏ, ਮਨ ਨੂੰ ਵਿਕਾਰਾਂ ਵੱਲੋਂ ਹਰਾ ਲਈਏ, ਤਾਂ ਜਿੱਤਾ ਲਈਏ, ਤਾਂ ਉਹ ਜਿਹੜਾ ਬੰਦਾ ਹੈ ਸੂਰਮਾ ਗਿਣਿਆ ਜਾਏਗਾ। ਜਾ ਕੋ ਹਰ ਰੰਗ ਲਾਗੋ ਇਸ ਯੁਗ में ਸੋ ਕਹੀਅਤ ਹੈ ਸੂਰਬਾ। ਔਰ ਇੱਕ ਰਾਜ ਸਾਡਾ ਕੈਸਾ ਹੈ, ਮਨ ਜੀਤੈ ਜਗ ਜੀਤ। ਮਨ ਨੂੰ ਜਿੱਤਣ ਵਾਲਾ ਬੰਦਾ ਵਿਸ਼ਵ ਵਿਜੇਤਾ ਹੋ ਜਾਂਦਾ। ਤੇ ਬੇਨਤੀ ਕਰਾਂ, ਇੱਕ ਸਾਡਾ ਸਾਰਿਆਂ ਦਾ ਵੱਖਰਾ ਸੰਸਾਰ ਹੈ। ਇੱਕ ਸਾਂਝਾ ਸੰਸਾਰ ਹੁੰਦਿਆਂ ਹੋਇਆਂ ਵੀ ਸਾਡਾ ਸਾਰਿਆਂ ਦਾ ਇੱਕ ਵੱਖਰਾ ਵੱਖਰਾ ਸੰਸਾਰ ਹੈ। ਮੇਰਾ ਵੀ ਔਰ ਤੁਹਾਡਾ ਵੀ। ਦੇਖੋ, ਤੁਸੀਂ ਸਾਰੇ ਕਲਾਸ ਦੇ ਭੈਣ ਭਰਾ, ਸਾਡਾ ਇੱਕ ਪਰਿਵਾਰ ਹੈ। ਇੱਕ ਪਰਿਵਾਰ ਦੀ ਅਸੀਂ ਪਿਆਰ ਦੇ ਨਾਲ ਰਹਿੰਦੇ ਵਿਚਰ ਰਹੇ ਹਾਂ। ਲੇਕਿਨ ਇਹ ਪਿਆਰ ਮੁਹੱਬਤ ਹੁੰਦਿਆਂ ਵੀ ਸਾਡਾ ਇੱਕ ਵੱਖਰਾ ਸੰਸਾਰ ਹੈ, ਕਿਉਂਕਿ ਜਿਹੜੇ ਤੁਹਾਡੇ ਕੁਝ ਰਿਸ਼ਤੇਦਾਰ ਨੇ ਉਹ ਮੇਰੇ ਰਿਸ਼ਤੇਦਾਰ ਨਹੀਂ ਹਨ। ਮੇਰੇ ਰਿਸ਼ਤੇਦਾਰ ਤੁਹਾਡੇ ਰਿਸ਼ਤੇਦਾਰ ਨਹੀਂ। ਤੁਸੀਂ ਕੁਝ ਮੇਰੇ ਰਿਸ਼ਤੇਦਾਰਾਂ ਨੂੰ, ਕੁਝ ਨੂੰ ਕੀ ਸਾਰਿਆਂ ਨੂੰ ਤੁਸੀਂ ਨਹੀਂ ਜਾਣਦੇ, ਮੈਂ ਤੁਹਾਡਿਆਂ ਨੂੰ ਨਹੀਂ ਜਾਣਦਾ। ਤਾਂ ਮੇਰਾ ਇੱਕ ਵੱਖਰਾ ਸੰਸਾਰ ਹੈ। ਮੇਰੇ ਪਰਿਵਾਰ, ਬੱਚੇ, ਮੇਰੀ ਪਤਨੀ, ਮੇਰੇ ਨਾਨਕੇ ਦਾਦਕੇ ਸਹੁਰੇ, ਜਾਂ ਮੇਰੇ ਮਿੱਤਰ, ਜਾਂ ਜਿਨ੍ਹਾਂ ਸੰਗਤਾਂ ਵਿੱਚ ਮੈਂ ਵਿਚਰਨਾ, ਇਹ ਮੇਰਾ ਇੱਕ ਵੱਖਰਾ ਸੰਸਾਰ ਹੋ ਗਿਆ ਨਾ। ਇਸੇ ਤਰ੍ਹਾਂ ਤੁਹਾਡੇ ਨਾਨਕੇ ਦਾਦਕੇ ਸਹੁਰੇ, ਤੁਹਾਡੇ ਸੱਜਣ ਮਿੱਤਰ, ਜਾਂ ਜਿੱਥੇ ਤੁਸੀਂ ਜੌਬ ਕਰਦੇ ਹੋ, ਇਹ ਤੁਹਾਡਾ ਇੱਕ ਨਿੱਕਾ ਜਿਹਾ ਵੱਖਰਾ ਵੱਖਰਾ ਸੰਸਾਰ ਹੋ ਗਿਆ। ਜੋ ਆਪਣੇ ਇਸ ਨਿੱਕੇ ਜਿਹੇ ਸੰਸਾਰ ਅੰਦਰ ਸੱਚਾ ਮਾਣ ਆਦਰ ਹਾਸਲ ਕਰ ਲੈਂਦਾ ਹੈ, ਔਰ ਜਿਹੜਾ ਆਪਣੇ ਇਸ ਨਿੱਕੇ ਜਿਹੇ ਸੰਸਾਰ ਦੇ ਅੰਦਰ ਸੁਖੀ ਔਰ ਸ਼ਾਂਤ ਰਹਿੰਦਾ ਹੈ, ਉਹਨੂੰ ਅਸੀਂ ਵਿਸ਼ਵ ਵਿਜੇਤਾ ਕਵਾਂਗੇ, ਕਿਉਂਕਿ ਉਹ ਆਪਣੇ ਸੰਸਾਰ ਦਾ, ਉਹਨੇ ਸੰਸਾਰ ਨੂੰ ਜਿੱਤ ਲਿਆ। ਉਹਨੇ ਸੰਸਾਰ ਨੂੰ ਜਿੱਤ ਲਿਆ ਨਾ, ਆਪਣੇ ਰਿਸ਼ਤੇਦਾਰਾਂ ਦਾ, ਸੱਜਣਾ ਮਿੱਤਰਾਂ ਦਾ ਦਿਲ ਜਿੱਤ ਲਿਆ। ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ। ਲੇਕਿਨ ਅਸੀਂ ਤੇ ਆਪਣੇ ਇੰਨੇ ਸੰਸਾਰ ਵਿੱਚ ਵੀ ਰਾਜ ਨਹੀਂ ਨਾ ਕਰ ਸਕਦੇ, ਸ਼ਾਂਤ ਨਹੀਂ ਰਹਿ ਸਕਦੇ। ਤਾਂ ਗੁਰੂ ਜੀ ਕਹਿੰਦੇ ਨੇ, ਖਿਨ ਮਹਿ ਨੀਚ ਕੀਟ ਕੋ ਰਾਜ। ਨਿੱਕਾ ਜਿਹੜਾ ਇਨਸਾਨ ਹੈ, ਇੱਕ ਪਲ ਦੇ ਅੰਦਰ ਹੀ ਉਹਨੂੰ ਰਾਜ ਦੇ ਦਿੰਦਾ ਹੈ, ਕਿਉਂਕਿ ਪਾਰ ਬ੍ਰਹਮ ਗਰੀਬ ਨਿਵਾਜ। ਰੱਬ ਜਿਹੜਾ ਹੈ ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਗਰੀਬ ਕੌਣ ਹੈ, ਇਹ ਚੀਜ਼ ਸਮਝ ਲੈਣਾ। ਗਰੀਬੀ ਔਰ ਅਮੀਰੀ ਪੈਸੇ ਦੀ ਨਹੀਂ ਹੁੰਦੀ। ਬੇਸ਼ੱਕ ਗਰੀਬੀ ਅਮੀਰੀ ਪੈਸੇ ਦੀ ਹੈ। ਅਸੀਂ ਇਹਨਾਂ ਚੀਜ਼ਾਂ ਨੂੰ, ਇਹਨਾਂ ਸ਼ਬਦਾਂ ਨੂੰ ਵਰਤਦੇ ਹਾਂ। ਜਿਹੜੇ ਪੈਸੇ ਕਰਕੇ ਅਮੀਰ ਨੇ, ਉਹਨਾਂ ਲੋਕਾਂ ਦੇ ਕੋਲ ਕੁਝ ਸਹੂਲਤਾਂ ਹੁੰਦੀਆਂ ਨੇ, ਜਿਹੜੀਆਂ ਕਿ ਸਹੂਲਤਾਂ ਆਮ ਜਿਹੜਾ ਪੈਸੇ ਕਰਕੇ ਗਰੀਬ ਬੰਦਾ ਹੈ ਉਹ ਹਾਸਲ ਨਹੀਂ ਕਰ ਸਕਦਾ। ਇੱਕ ਤਾਂ ਇਹ ਅਮੀਰੀ ਗਰੀਬੀ ਹੈ ਹੀ ਇਹਨਾਂ। ਲੇਕਿਨ ਅਸਲ ਅਮੀਰੀ ਔਰ ਗਰੀਬੀ ਹੈ ਮਨ ਦੀ। ਜਿਸ ਬੰਦੇ ਦੇ ਅੰਦਰ ਸ਼ੁਭ ਗੁਣ ਮੌਜੂਦ ਨੇ, ਸਤ ਸੰਤੋਖ ਆਦਿਕ, ਅਸਲੀ ਅਮੀਰ ਹੈ ਉਹ, ਜਿਹਦਾ ਆਚਰਨ ਉੱਚਾ ਹੈ, ਜਿਹਦਾ ਆਦਰਸ਼ ਉੱਚਾ ਹੈ, ਜਿਸ ਦੇ ਅੰਦਰ ਇਨਸਾਨੀਅਤ ਹੈ, ਜੋ ਇਨਸਾਨੀਅਤ ਦਾ ਮੁਜੱਸਮਾ ਹੈ, ਉਹ ਬੰਦਾ ਅਮੀਰ ਹੈ। ਤੇ ਜਿਸ ਬੰਦੇ ਦੇ ਅੰਦਰ ਤ੍ਰਿਸ਼ਨਾ ਹੈ, ਕ੍ਰੋਧ ਹੈ, ਲੋਭ ਹੈ, ਉਹ ਬੰਦਾ ਕੰਗਾਲ ਹੈ। ਹੁਣ ਕਿੰਨਾ ਕੰਗਾਲ ਬੰਦਾ ਹੋਏਗਾ ਉਹ, ਜਿਹਦੀ 80-90 ਹਜ਼ਾਰ ਰੁਪਇਆ ਤੇ ਤਨਖਾਹ ਹੈ, ਉਹਦੇ ਕੋਲ ਵੱਡੀ ਕੋਠੀ ਵੀ ਹੈ, ਪ੍ਰਾਪਰਟੀ ਵੀ ਹੈ, ਤੇ ਫਿਰ ਵੀ 250-300-400 ਰੁਪਇਆ ਦਿਹਾੜੀ ਕਰਨ ਵਾਲੇ ਬੰਦੇ ਤੋਂ ਰਿਸ਼ਵਤ ਲੈ ਰਿਹਾ ਹੈ। ਉਸ ਤੋਂ ਕੰਗਾਲ ਬੰਦਾ ਕੌਣ ਹੋ ਸਕਦਾ ਹੈ? ਉਸ ਤੋਂ ਕੰਗਾਲ ਬੰਦਾ ਕੌਣ ਹੋ ਸਕਦਾ ਹੈ ਜੋ ਧੀਆਂ ਭੈਣਾਂ ਵਾਲਿਆਂ ਤੋਂ ਦਾਜ ਔਰ ਦਹੇਜ ਆਦਿ ਦੀ ਮੰਗ ਕਰਦਾ ਹੈ ਕਿ ਸਾਡਾ 500 ਬੰਦਾ ਹੈ ਤੇ ਇਹਦੀ ਚੰਗੀ ਮੀਟ ਸ਼ਰਾਬ ਦੀ ਸੇਵਾ ਕਰਦੇ ਆ, ਯਾਨੀ 15-20 ਲੱਖ ਰੁਪਇਆ ਇਹਨਾਂ ਤੇ ਲਾ ਦੇ। ਤੇ ਕੰਗਾਲ ਹੋ ਸਕਦਾ ਕੋਈ ਜਿਹੜਾ ਰੋਟੀ ਵੀ ਮੰਗ ਕੇ ਖਾ ਰਿਹਾ? ਇਹੋ ਹੀ ਕੰਗਾਲੀ ਹੈ ਮਨ ਦੀ। ਤਾਂ ਗੁਰੂ ਜੀ ਕਹਿੰਦੇ ਨੇ, ਰੱਬ ਜਿਹੜਾ ਹੈ ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਜਿਨ੍ਹਾਂ ਦੇ ਅੰਦਰ ਮਾਨਸਿਕ ਗਰੀਬੀ ਹੈ, ਜੇ ਉਹ ਪ੍ਰਭੂ ਦੇ ਚਰਨਾਂ ਦੀ ਸ਼ਰਨ ਲੈਣ ਤਾਂ ਉਹ ਇੱਕ ਪਲ ਦੇ ਅੰਦਰ ਅਮੀਰ ਹੋ ਜਾਂਦੇ ਨੇ। ਉਹ ਇੱਕ ਪਲ ਦੇ ਵਿੱਚ ਬਾਦਸ਼ਾਹ ਹੋ ਸਕਦੇ ਨੇ। ਜਿਵੇਂ ਸਾਡੇ ਵਿੱਚ, ਮੰਨ ਲਓ ਮੇਰੇ ਵਿੱਚ ਔਗਣ ਨੇ, ਤਾਂ ਜੇ ਮੈਂ ਪ੍ਰਭੂ ਦੇ ਚਰਨਾਂ ਦੀ ਸ਼ਰਨ ਲਵਾਂ ਤੇ ਹੁਣ ਮੈਂ ਗੁਣਾਂ ਦਾ ਧਾਰਨੀ ਹੋ ਜਾਵਾਂ, ਤਾਂ ਹੁਣ ਮੈਂ ਇੱਕ ਪਲ ਦੇ ਅੰਦਰ ਹੀ ਰਾਜਾ ਹੋ ਸਕਦਾ, ਬਾਦਸ਼ਾਹ ਹੋ ਸਕਦਾ, ਆਪਣੇ ਮਨ ਦਾ ਜੇਤੂ ਹੋ ਸਕਦਾ ਹਾਂ, ਕਿਉਂਕਿ ਰੱਬ ਗਰੀਬ ਨਿਵਾਜ ਹੈ। ਇਸ ਲਈ ਸਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ। ਸਾਨੂੰ ਆਸ਼ਾਵਾਦੀ ਬਣਾ ਰਹੇ ਨੇ ਕਿ ਜੇ ਜ਼ਿੰਦਗੀ ਦੇ ਅੰਦਰ ਕਿਤੇ ਐਸੀ ਮਾਨਸਿਕ ਬੌਧਿਕ ਗਰੀਬੀ ਹੈ ਤਾਂ ਰੱਬੀ ਹੁਕਮ ਦੇ ਅੰਦਰ ਤੁਰੋ, ਤੁਹਾਡੀ ਇਹ ਮਾਨਸਿਕ ਗਰੀਬੀ ਇੱਕ ਪਲ ਦੇ ਅੰਦਰ ਹੀ ਖਤਮ ਹੋ ਜਾਏਗੀ। ਜਾ ਕਾ ਦ੍ਰਿਸ਼ਟ ਕਛੂ ਨਾ ਆਵੇ, ਜਿਸ ਦਾ ਕੁਛ ਵੀ ਕਿਸੇ ਨੂੰ ਨਜ਼ਰ ਨਹੀਂ ਆਉਂਦਾ, ਜਿਹਦਾ ਕੋਈ ਗੁਣ ਨਜ਼ਰ ਹੀ ਨਹੀਂ ਆਉਂਦਾ। ਮੰਨ ਲਓ ਮੈਂ ਹੀ ਹਾਂ, ਤਾਂ ਮੇਰੇ ਵਿੱਚ ਹੁਣ ਕੋਈ ਗੁਣ ਨਹੀਂ ਹੈ, ਤਾਂ ਮੇਰਾ ਕੋਈ ਗੁਣ ਨਜ਼ਰ ਹੀ ਨਹੀਂ ਆਏਗਾ ਨਾ, ਕਿਉਂਕਿ ਗੁਣ ਹੈ ਹੀ ਨਹੀਂ। ਜੇ ਮੇਰੇ ਵਿੱਚ ਕੋਈ ਗੁਣ ਹੀ ਨਹੀਂ ਹੈ ਤੇ ਨਜ਼ਰ ਕਿੱਥੋਂ ਆਉਣਾ ਹੈ?
ਨਜ਼ਰ ਤਾਂ ਆਏਗਾ ਨਾ ਜੇ ਮੇਰੇ ਵਿੱਚ ਗੁਣ ਹੋਣਗੇ, ਮੈਂ ਉਹਨਾਂ ਗੁਣਾਂ ਦੀ ਵਰਤੋਂ ਕਰਾਂਗਾ। ਮੈਂ ਮਿੱਠਾ ਬੋਲਦਾ ਹਾਂ, ਜੇ ਮੇਰੇ ਅੰਦਰ ਮਿੱਠਾ ਬੋਲਣ ਦਾ ਗੁਣ ਹੈ, ਮੈਂ ਮਿੱਠਾ ਬੋਲਾਂਗਾ ਤਾਂ ਹੀ ਨਜ਼ਰੀ ਆਏਗਾ ਨਾ। ਜੇ ਮੇਰੇ ਅੰਦਰ ਸੰਤੋਖ ਹੋਏਗਾ ਤਾਂ ਹੀ ਨਜ਼ਰੀ ਆਏਗਾ। ਤਾਂ ਜਾਕਾ ਦ੍ਰਿਸ਼ਟ ਕਛੂ ਨਾ ਆਵੇ, ਜਿਸ ਮਨੁੱਖ ਦਾ ਕੋਈ ਵੀ ਗੁਣ ਨਜ਼ਰੀ ਨਹੀਂ ਪੈਂਦਾ, ਜਿਹਦੇ ਅੰਦਰ ਕੋਈ ਗੁਣ ਹੀ ਨਹੀਂ ਹੈ, ਤਿਸ ਤਤਕਾਲ ਦਹਿ ਪ੍ਰਗਟਾਵੇ। ਜੇ ਉਹ ਪ੍ਰਭੂ ਦੀ ਸ਼ਰਨ ਵਿੱਚ ਆ ਜਾਏ ਨਾ, ਜੇ ਉਹ ਰੱਬੀ ਰਜਾ ਵਿੱਚ ਤੁਰਨ ਲੱਗ ਜਾਏ, ਤਾਂ ਇੱਕ ਪਲ ਦੇ ਅੰਦਰ ਹੀ ਉਹਨੂੰ 10 ਦਿਸ਼ਾ ਵਿੱਚ ਉੱਗਾ ਕਰ ਦਿੰਦਾ, ਉਹਨੂੰ ਪ੍ਰਗਟ ਕਰ ਦਿੰਦਾ ਹੈ ਸੰਸਾਰ ਦੇ ਅੰਦਰ, ਕਿਉਂਕਿ ਉਹਦੇ ਅੰਦਰ ਫਿਰ ਗੁਣ ਪ੍ਰਗਟ ਹੋ ਜਾਂਦੇ ਨੇ ਔਰ ਉਹ ਗੁਣਾ ਕਰਕੇ ਮਸ਼ਹੂਰ ਹੋ ਜਾਂਦਾ। ਉਹਦੇ ਸਾਰੇ ਗੁਣ ਚ ਫੇਰੇ ਨਜ਼ਰੀ ਆਉਣ ਲੱਗ ਜਾਂਦੇ ਨੇ, ਉਹਦੇ ਅੰਦਰ ਗੁਣ ਪੈਦਾ ਹੋ ਜਾਂਦੇ ਨੇ। ਜੋ ਵੀ ਰੱਬ ਦੀ ਰਜਾ ਵਿੱਚ ਤੁਰੇਗਾ, ਮੰਨ ਲਓ ਅਸੀਂ ਗੁਰਬਾਣੀ ਅਨੁਸਾਰ ਜ਼ਿੰਦਗੀ ਨਹੀਂ ਜੀ ਰਹੇ, ਤਾਂ ਸਾਡੇ ਰਿਸ਼ਤੇਦਾਰਾਂ, ਸੱਜਣਾ, ਮਿੱਤਰਾਂ, ਸਮਾਜ ਨੂੰ ਜਿੱਥੇ ਵੀ ਅਸੀਂ ਜ਼ਿੰਦਗੀ ਜੀ ਰਹੇ ਹਾਂ, ਉਹਨਾਂ ਨੂੰ ਸਾਡੇ ਵਿੱਚ ਕੋਈ ਗੁਣ ਨਜ਼ਰੀ ਨਹੀਂ ਪਵੇਗਾ, ਕਿਉਂਕਿ ਹੈ ਹੀ ਨਹੀਂ। ਤੇ ਜੇ ਅਸੀਂ ਰੱਬੀ ਗੁਣਾਂ ਦੇ ਧਾਰਨੀ ਹੋ ਜਾਈਏ, ਅਸੀਂ ਰੱਬੀ ਗੁਣਾਂ ਮੁਤਾਬਕ ਜ਼ਿੰਦਗੀ ਜੀਣਾ ਸ਼ੁਰੂ ਕਰ ਦਈਏ, ਤਾਂ ਫਿਰ ਕੀ ਹੋਏਗਾ? ਇੱਕ ਪਲ ਦੇ ਅੰਦਰ ਹੀ ਪਤਾ ਲੱਗ ਜਾਣਾ ਕਿ ਸਾਡੇ ਸੰਸਾਰ ਦੇ ਅੰਦਰ ਕੋਈ ਬੰਦਾ ਯਾਰ ਬਦਲ ਗਿਆ ਹੈ। ਫਲਾਂ ਬੰਦੇ ਨੇ ਅੰਮ੍ਰਿਤ ਛਕ ਲਿਆ, ਅੱਛਾ ਏਡਾ ਵੱਡਾ ਸ਼ਰਾਬੀ ਬੰਦਾ ਉਹ ਸ਼ਰਾਬ ਛੱਡ ਗਿਆ, ਕਮਾਲ ਹੈ ਯਾਰ, ਇੱਕ ਪਲ ਦੇ ਵਿੱਚ ਹੀ ਬਦਲ ਗਿਆ ਨਾ। ਤਾਂ ਅਸਲ ਦੇ ਅੰਦਰ ਪਲ ਹੀ ਲੱਗਦਾ ਹੈ ਜ਼ਿੰਦਗੀ ਨੂੰ ਬਦਲਣ ਲਈ। ਜੇ ਕੋਈ ਬਦਲਣਾ ਚਾਹੇ ਤਾਂ, ਜੇ ਅਸੀਂ ਗਲਤ ਐਗਜ਼ਿਟ ਲੈ ਲਿਆ ਹੈ ਤਾਂ ਅਸੀਂ ਯੂ ਟਰਨ ਲੈ ਲਈਏ, ਤਾਂ ਇੱਕ ਪਲ ਹੀ ਲੱਗਦਾ ਹੈ ਨਾ ਯੂ ਟਰਨ ਲੈਣ ਲਈ। ਯੂ ਟਰਨ ਲੈ ਲਓ, ਵਾਪਸ ਆਪਣੀ ਮੰਜ਼ਿਲ ਵੱਲ ਵੱਧ ਜਾਓਗੇ। ਤਾਂ ਗੁਰੂ ਜੀ ਕਹਿੰਦੇ ਨੇ, ਜਿਸ ਦਾ ਕੋਈ ਵੀ ਗੁਣ ਨਜ਼ਰੀ ਨਹੀਂ ਪੈਂਦਾ, ਜਿਸ ਦੇ ਅੰਦਰ ਕੋਈ ਗੁਣ ਨਹੀਂ ਹੈ, ਜੇ ਉਹ ਰੱਬ ਦੀ ਸ਼ਰਨ ਵਿੱਚ ਆ ਜਾਏ ਤਾਂ ਰੱਬ ਉਹਦੇ ਅੰਦਰ ਗੁਣ ਪ੍ਰਗਟ ਕਰ ਦਿੰਦਾ ਹੈ। ਉਹ ਸੰਸਾਰ ਵਿੱਚ ਉੱਗਾ ਹੋ ਜਾਂਦਾ ਹੈ, ਉਹਨੂੰ ਸੰਸਾਰ ਵਿੱਚ ਮਾਨ ਆਦਰ ਸਤਿਕਾਰ ਮਿਲਦਾ ਹੈ। ਜਾਕੋ ਆਪਣੀ ਕਰੇ ਬਖਸ਼ੀਸ਼, ਜਿਹਦੇ ਤੇ ਰੱਬ ਆਪਣੀ ਬਖਸ਼ਿਸ਼ ਕਰਦਾ ਹੈ। ਹੁਣ ਬਖਸ਼ਿਸ਼ ਕਿਹਦੇ ਤੇ ਕਰੇਗਾ? ਜੋ ਰੱਬ ਦੀ ਰਜ਼ਾ ਵਿੱਚ ਤੁਰੇਗਾ, ਜੋ ਰੱਬ ਦੀ ਬਖਸ਼ਿਸ਼ ਦਾ ਪਾਤਰ ਬਣੇਗਾ। ਦੇਖੋ, ਰੱਬ ਨੇ ਸਾਡੇ ਸਾਰਿਆਂ ਤੇ ਬਖਸ਼ਿਸ਼ ਕੀਤੀ ਹੋਈ ਹੈ। ਸਾਨੂੰ ਅੱਖਾਂ ਦਿੱਤੀਆਂ ਨੇ, ਕੰਨ ਦਿੱਤੇ ਨੇ, ਜ਼ਬਾਨ ਦਿੱਤੀ ਹੈ, ਸੋਹਣਾ ਸਰੀਰ ਦਿੱਤਾ ਹੈ। ਅਸੀਂ ਆ ਕੈਨੇਡਾ, ਇੰਗਲੈਂਡ ਵਰਗੇ ਦੇਸ਼ਾਂ ਦੇ ਅੰਦਰ ਪੱਕੇ ਹਾਂ, ਸਾਡੇ ਕੋਲ ਘਰ ਵਗੈਰਾ ਸਾਰਾ ਕੁਛ ਹੈ। ਇਸ ਤੋਂ ਵੱਡੀ ਬਖਸ਼ਿਸ਼ ਹੁਣ ਕੀ ਹੋਏਗੀ? ਪਰ ਹੁਣ ਜੇ ਕੋਈ ਇਸ ਬਖਸ਼ਿਸ਼ ਦੀ ਵਰਤੋਂ ਹੀ ਨਾ ਕਰੇ, ਰੱਬ ਨੇ ਅੱਖਾਂ ਦਿੱਤੀਆਂ ਨੇ ਤਾਂ ਇਹਨਾਂ ਅੱਖਾਂ ਦੇ ਨਾਲ ਰੱਬ ਦੇ ਦਰਸ਼ਨ ਕਰੋ ਜਗਤ ਵਿੱਚ। ਇਹ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਲੇਕਿਨ ਜੇ ਇਸ ਬਖਸ਼ਿਸ਼ ਦੀ ਕੋਈ ਵਰਤੋਂ ਹੀ ਗਲਤ ਕਰੇ ਕਿ ਮੇਰ ਤੇਰ ਦੇ ਵਿਤਕਰਿਆਂ ਦੇ ਨਾਲ ਵੇਖੇ ਤੇ ਅੱਖਾਂ ਪਾੜ ਪਾੜ ਕੇ ਕਰੋਧ ਨਾਲ ਵੇਖੇ, ਬਖਸ਼ਿਸ਼ ਤੋਂ ਵਾਂਝਾ ਆਪ ਰਹਿ ਰਿਹਾ ਨਾ। ਰੱਬ ਨੇ ਜ਼ਬਾਨ ਦਿੱਤੀ ਹੈ ਤੇ ਬਖਸ਼ਿਸ਼ ਤੇ ਕੀਤੀ ਹੋਈ ਹੈ, ਤੇ ਹੁਣ ਇਸ ਬਖਸ਼ਿਸ਼ ਦੀ ਵਰਤੋਂ ਕਰੋ। ਮਿੱਠਾ ਬੋਲੋ, ਪਿਆਰਾ ਬੋਲੋ, ਸੱਚੇ ਬੋਲੋ ਔਰ ਪੋਜ਼ਿਟਿਵ ਬੋਲ ਬੋਲੋ, ਸਕਾਰਾਤਮਕ ਬੋਲ ਬੋਲੋ। ਪਰ ਮੈਂ ਹੁਣ ਆਪ ਹੀ ਇਸ ਬਖਸ਼ਿਸ਼ ਦਾ ਧਾਰਨੀ ਨਹੀਂ ਹੈ, ਤਾਂ ਇਹਦਾ ਮਤਲਬ ਜਿਹੜਾ ਰੱਬ ਦੀ ਰਜ਼ਾ ਵਿੱਚ ਤੁਰੇਗਾ ਉਹਦੇ ਤੇ ਬਖਸ਼ਿਸ਼ ਹੋਏਗੀ, ਉਹ ਬਖਸ਼ਿਸ਼ ਦਾ ਪਾਤਰ ਬਣੇਗਾ। ਤੇ ਜਿਹੜਾ ਉਹਦੀ ਬਖਸ਼ਿਸ਼ ਦਾ ਪਾਤਰ ਬਣ ਜਾਏਗਾ, ਤਾਕਾ ਲੇਖਾ ਨਾ ਗਨੇ ਜਗਦੀਸ਼, ਫਿਰ ਉਹਦੇ ਕਰਮਾਂ ਦਾ ਲੇਖਾ ਜੋਖਾ ਨਹੀਂ ਗਿਣਿਆ ਜਾਂਦਾ। ਉਹਦੇ ਕਰਮਾਂ ਦੇ ਲੇਖੇ ਜੋਖੇ ਨਿਬੜ ਜਾਂਦੇ ਨੇ, ਮੁੱਕ ਜਾਂਦੇ ਨੇ। ਇਹਨੂੰ ਥੋੜਾ ਜਿਹਾ ਸਮਝ ਲੈਣਾ। ਮੰਨ ਲਓ ਹੁਣ ਤੱਕ ਮੈਂ ਆਪਣੇ ਸੁਭਾਅ ਕਰਕੇ, ਆਪਣੇ ਬਿਹੇਵੀਅਰ ਕਰਕੇ ਦੁਖੀ ਹਾਂ, ਮੇਰੀ ਆਪਣੇ ਸੱਜਣਾ, ਮਿੱਤਰਾਂ, ਭੈਣਾਂ, ਭਰਾਵਾਂ ਦੇ ਨਾਲ ਬਣ ਨਹੀਂ ਆ ਰਹੀ, ਮੈਂ ਦੁਖੀ ਹਾਂ। ਲੇਕਿਨ ਜੇ ਅੱਜ ਤੋਂ ਲੈ ਕੇ ਮੈਂ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣੀ ਸ਼ੁਰੂ ਕਰ ਦਿਆਂ, ਤਾਂ ਮੇਰੇ ਪਿਛਲੇ ਕਰਮ ਖਤਮ ਹੋ ਜਾਣਗੇ, ਅੱਗੋਂ ਮੇਰੀ ਬਣ ਆ ਜਾਏਗੀ, ਅੱਗੋਂ ਬਣ ਆ ਜਾਏਗੀ। ਕਦੇ ਇਹ ਨਹੀਂ ਸੋਚਿਆ ਜਾਂਦਾ ਕਿ ਪਹਿਲਾਂ ਇਹ ਸੀ ਤੇ ਹੁਣ ਇਹ ਤਾਂ ਐਵੇਂ ਹੋ ਹੀ ਨਹੀਂ ਸਕਦਾ। ਇਸ ਤਰ੍ਹਾਂ ਨਹੀਂ ਕਦੇ ਹੁੰਦਾ। ਮੰਨ ਲਓ ਕੋਈ ਸਟੂਡੈਂਟ ਹੈ ਤੇ ਜੇ ਉਹ ਫੇਲ ਹੋ ਗਿਆ ਇੱਕ ਵਾਰੀ, ਤਾਂ ਇਹਦਾ ਮਤਲਬ ਇਹ ਥੋੜੀ ਕਿ ਵਾਰ-ਵਾਰ ਫੇਲ ਹੀ ਹੋਈ ਜਾਏਗਾ। ਜੇ ਉਹ ਮਿਹਨਤ ਕਰੇ ਤਾਂ ਪਾਸ ਹੋ ਸਕਦਾ ਹੈ। ਫਿਰ ਉਹ ਜਿਹੜਾ ਪਿੱਛੇ ਫੇਲ ਹੋਇਆ ਸੀ ਉਹਦਾ ਲੇਖਾ ਜੋਖਾ ਨਹੀਂ ਹੋਏਗਾ ਕਿ ਇਹ ਪਿੱਛੋਂ ਫੇਲ ਹੋਇਆ ਹੈ ਇਸ ਲਈ ਇਹਨੂੰ ਪਾਸ ਕਰਨਾ ਹੀ ਨਹੀਂ। ਐਵੇਂ ਨਹੀਂ ਹੁੰਦਾ। ਜੇ ਉਹ ਬੰਦਾ ਮਿਹਨਤ ਕਰੇਗਾ ਤਾਂ ਅੱਗੇ ਪਾਸ ਹੋ ਜਾਏਗਾ। ਹੋ ਸਕਦਾ ਹੈ ਉਹ ਦੂਜੇ ਵਿਦਿਆਰਥੀਆਂ ਦੇ ਨਾਲੋਂ ਬਹੁਤ ਅੱਗੇ ਲੰਘ ਜਾਵੇ। ਤਾਂ ਇਸ ਲਈ ਜਿਹੜੇ ਪਿਛਲੇ ਕਰਮ ਨੇ ਉਹ ਉਦੋਂ ਖਤਮ ਹੋ ਜਾਂਦੇ ਨੇ ਜਦੋਂ ਅਸੀਂ ਚੰਗੇ ਰਾਹਾਂ ਤੇ ਤੁਰਨਾ ਸ਼ੁਰੂ ਕਰ ਦਿੰਦੇ ਹਾਂ। ਜੀਓ ਪਿੰਡ ਸਭ ਤਿਸ ਕੀ ਰਾਸ, ਜੀਓ ਦਾ ਮਤਲਬ ਜਿੰਦ,
ਰਾਸ ਦਾ ਮਤਲਬ ਪੂੰਜੀ, ਪਿੰਡ ਦਾ ਮਤਲਬ ਸਰੀਰ। ਇਹ ਜਿੰਦ, ਇਹ ਸਰੀਰ ਔਰ ਇਹ ਰਾਸ ਪੂੰਜੀ ਸਾਰੀ ਪ੍ਰਭੂ ਦੀ, ਯਾਨੀ ਸਾਡਾ ਤਨ ਮਨ ਧਨ ਇਹ ਸਭ ਪ੍ਰਭੂ ਦਾ ਹੈ। ਹੁਣ ਇੱਕ ਅਸੀਂ ਕਹਿ ਤੇ ਦਿੰਦੇ ਹਾਂ, ਤੂੰ ਠਾਕੁਰ ਤੂੰ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਅਸੀਂ ਰੋਜ਼ ਕਹਿੰਦੇ ਹਾਂ। ਹੁਣ ਅਸਲ ਦੇ ਵਿੱਚ ਤੇ ਪ੍ਰੋਮਿਸ ਸੀ ਕਿ ਇਹ ਰੱਬਾ ਹੈ ਜੋ ਤਨ ਮਨ ਧਨ ਸਾਰੀ ਤੇਰੀ ਰਾਸ ਪੂੰਜੀ ਹੈ। ਹੁਣ ਅਸੀਂ ਕਹਿ ਰਹੇ ਹਾਂ ਜੀਉ ਪਿੰਡ ਸਭ ਤਿਸ ਕੀ ਰਾਸ, ਪढ़ ਰਹੇ ਹਾਂ, ਸੁਣ ਰਹੇ ਹਾਂ, ਕਥਾ ਕਰ ਰਹੇ ਹਾਂ, ਲੇਕਿਨ ਮੰਨਿਆ ਕਿੰਨਾ ਨੇ ਹੈ ਉਹ ਇੱਕ ਵੱਖਰਾ ਟੌਪਿਕ ਹੈ। ਮੈਂ ਇਹਦੀ ਵਿਆਖਿਆ ਕਰ ਰਿਹਾ, ਪੜ੍ਹ ਰਿਹਾ, ਤੁਸੀਂ ਇਹਦੀ ਵਿਆਖਿਆ ਸੁਣ ਰਹੇ ਹੋ। ਬੜਾ ਚੰਗਾ ਕੰਮ ਹੈ ਕਿ ਅਸੀਂ ਵਿਆਖਿਆ ਕਰ ਰਹੇ ਹਾਂ, ਵਿਆਖਿਆ ਸੁਣ ਰਹੇ ਹਾਂ, ਪੜ੍ਹ ਰਹੇ ਹਾਂ, ਪਾਠ ਸੁਣ ਰਹੇ ਹਾਂ, ਲੇਕਿਨ ਇਹਦੇ ਤੇ ਅਮਲ ਕਿੰਨਾ ਨੇ ਕੀਤਾ ਹੈ। ਜ਼ਰੂਰੀ ਨਹੀਂ ਕਿ ਮੈਂ ਅਮਲ ਵੀ ਕੀਤਾ ਹੋਵੇ ਜਾਂ ਤੁਸੀਂ ਸਾਰਿਆਂ ਨੇ ਅਮਲ ਕਰ ਲਿਆ ਹੋਵੇ। ਗੱਲ ਇਹ ਹੈ ਕਿ ਇਹਨੂੰ ਅਸੀਂ ਸਮਝਣਾ ਹੈ। ਜੇ ਅਸੀਂ ਇਸ ਕਸਵੱਟੀ ਤੇ ਪੂਰੇ ਉਤਰਦੇ ਹਾਂ ਤਾਂ ਵਧੀਆ, ਜੇ ਨਹੀਂ ਤਾਂ ਸਾਨੂੰ ਪੂਰੇ ਉਤਰਨਾ ਚਾਹੀਦਾ। ਹੁਣ ਸਰੀਰ ਰੱਬ ਦਾ ਹੈ ਤੇ ਰੱਬ ਦੇ ਸਰੀਰ ਦੀ ਵਰਤੋਂ ਕਿਵੇਂ ਕਰੋਗੇ? ਰੱਬ ਦਾ ਸਰੀਰ ਹੈ ਤੇ ਰੱਬ ਦੇ ਸਰੀਰ ਦੇ ਨਾਲ ਕਿਵੇਂ ਵਰਤੋਗੇ? ਰੱਬ ਸਾਰਾ ਦਿਨ ਚੁਗਲੀ ਕਰੇਗਾ ਕਿਸੇ ਦੀ? ਜਿਹੜੀ ਹੁਣ ਘਟਨਾ ਦੀ ਤੁਸੀਂ ਜ਼ਿਕਰ ਕਰ ਰਹੇ ਸੀ ਅਮਰੀਕਾ ਵਾਲੀ, ਕਿ ਰੱਬ ਕਿਰਪਾਨ ਕੱਢ ਕੇ ਦੂਜੇ ਨੂੰ ਮਾਰੇਗਾ, ਰੱਬ ਸ਼ਰਾਬ ਪੀਏਗਾ। ਤਾਂ ਇਹ ਸਰੀਰ ਦੀ ਵਰਤੋਂ ਅਸੀਂ ਰੱਬ ਦੇ ਵਰਗੀ ਕਰਨੀ, ਵੀ ਰੱਬ ਦਾ ਸਰੀਰ ਹੈ, ਇਹਨੂੰ ਉਵੇਂ ਵਰਤਣਾ ਹੈ ਰੱਬ ਦੀ ਰਜ਼ਾ ਵਿੱਚ। ਮਨ ਰੱਬ ਦਾ ਹੋ ਗਿਆ ਤੇ ਰੱਬ ਦਾ ਜੀ ਕਰੇਗਾ ਕਿ ਅੱਜ ਮੈਂ ਫਿਲਮ ਦੇਖ ਆਵਾਂ, ਰੱਬ ਦਾ ਜੀ ਕਰੇਗਾ ਕਿ ਅੱਜ ਸ਼ਾਮ ਨੂੰ ਮੈਂ ਕੋਈ 2 ਪੈਗ ਲਾ ਲਵਾਂ? ਨਹੀਂ ਕਰੇਗਾ। ਰੱਬ ਦਾ ਜੀ ਕਰੇਗਾ ਕਿ ਮੈਂ ਬੰਬ ਧਮਾਕਾ ਕਰ ਆਵਾਂ, ਅੱਜ ਕੋਈ 4 ਬੰਦੇ ਹੀ ਮਾਰ ਆਵਾਂ ਜਾਂ ਰਿਸ਼ਵਤ ਲੈ ਲਵਾਂ? ਤਾਂ ਇਹਦਾ ਮਤਲਬ ਇਹ ਮਨ ਰੱਬ ਦਾ ਹੈ, ਤਾਂ ਮਨ ਦੇ ਅੰਦਰ ਵਿਚਾਰ ਵੀ ਰੱਬ ਵਾਲੇ ਹੋਣੇ ਚਾਹੀਦੇ ਨੇ। ਅਸੀਂ ਮਨ ਰੱਬ ਨੂੰ ਅਰਪਣ ਕਰ ਦਿੱਤਾ ਹੈ, ਗੁਰੂ ਨੂੰ ਅਰਪਣ ਕਰ ਦਿੱਤਾ ਹੈ। ਰਾਸ ਪੂੰਜੀ ਰੱਬ ਦੀ ਹੈ। ਹੁਣ ਦੇਖੋ, ਰਾਸ ਪੂੰਜੀ ਜੋ ਸਾਡੇ ਕੋਲ ਘਰ ਹੈ, ਪ੍ਰੋਪਰਟੀ ਹੈ, ਪੈਸਾ ਹੈ, ਇਹ ਅਸੀਂ ਮੰਨਦੇ ਹਾਂ ਕਿ ਰੱਬ ਦਾ ਹੈ। ਘਰ ਰੱਬ ਦਾ ਹੈ, ਪ੍ਰੋਪਰਟੀ ਰੱਬ ਦੀ ਹੈ, ਰੱਬ ਦੀ ਦਾਤ ਹੈ, ਗੁਰੂ ਦੀ ਦਾਤ ਹੈ। ਜੋ ਕੁਛ ਹੈ ਸੋ ਤੇਰਾ ਵਾਲੀ ਭਾਵਨਾ ਜੇ ਹੋਵੇ ਤਾਂ ਦੇਖੋ, ਇਸ ਚੀਜ਼ ਨੂੰ ਸਮਝਣ ਵਾਸਤੇ ਕੀ ਅਸੀਂ ਗੁਰਦੁਆਰਾ ਸਾਹਿਬ ਸ਼ਰਾਬ ਪੀ ਕੇ ਆ ਸਕਦੇ ਹਾਂ ਜਾਂ ਨਸ਼ਾ ਕਰਕੇ ਆ ਸਕਦੇ ਹਾਂ? ਨਹੀਂ ਨਾ, ਕਿਉਂਕਿ ਰੱਬ ਦਾ ਘਰ ਹੈ ਨਾ। ਤੇ ਜਿਹੜਾ ਹੁਣ ਸਾਡਾ ਆਪਣਾ ਘਰ ਹੈ, ਜਦੋਂ ਅਸੀਂ ਜੀਓ ਪਿੰਡ ਸਭ ਤਿਸ ਕੀ ਰਾਸ, ਕੀ ਰਾਸ ਪੂੰਜੀ ਰੱਬ ਦੀ ਹੈ, ਤਾਂ ਫਿਰ ਆਪਣੇ ਘਰ ਅਸੀਂ ਸ਼ਰਾਬ ਕਿਉਂ ਪੀਵਾਂਗੇ? ਕਿਉਂਕਿ ਸਾਡਾ ਆਪਣਾ ਹੈ ਨਹੀਂ ਨਾ, ਰੱਬ ਦਾ ਹੈ ਨਾ ਦਿੱਤਾ। ਫਿਰ ਰੱਬ ਦੇ ਘਰ ਦੇ ਵਿੱਚ ਕਿਵੇਂ ਵਰਤੋਗੇ ਇੱਕ ਦੂਜੇ ਦੇ ਨਾਲ? ਰੱਬ ਦੇ ਘਰ ਦੇ ਅੰਦਰ ਫਿਰ ਕਿਵੇਂ ਨਫ਼ਰਤ ਫੈਲੇਗੀ? ਫਿਰ ਤਾਂ ਅਸੀਂ ਜਿਵੇਂ ਗੁਰਦੁਆਰਾ ਸਾਹਿਬ ਰਹਿੰਦੇ ਹਾਂ, ਐਵੇਂ ਘਰ ਵਿੱਚ ਵੀ ਰਹਾਂਗੇ, ਸੰਸਾਰ ਵੀ ਰੱਬ ਦਾ ਹੋਏਗਾ। ਤਾਂ ਗੁਰੂ ਜੀ ਕਹਿੰਦੇ ਨੇ, ਜੀਓ ਪਿੰਡ ਸਭ ਤਿਸ ਕੀ ਰਾਸ, ਇਹ ਸਾਰੀ ਰਾਸ ਪੂੰਜੀ, ਜਿੰਦ ਜਾਨ, ਇਹ ਸਭ ਰੱਬ ਦਾ ਦਿੱਤਾ ਹੋਇਆ ਹੈ। ਇਹਨੂੰ ਰੱਬ ਦਾ ਦਿੱਤਾ ਹੋਇਆ ਸਮਝੋ। ਜੋ ਰੱਬ ਦਾ ਦਿੱਤਾ ਹੋਇਆ ਸਮਝ ਕੇ ਦੀ ਵਰਤੋਂ ਕਰਨਗੇ, ਉਹਨਾਂ ਦੇ ਜੀਵਨ ਵਿੱਚ ਸੁੱਖ ਪੈਦਾ ਹੋਏਗਾ। ਘਟ ਘਟ ਪੂਰਨ ਬ੍ਰਹਮ ਪ੍ਰਗਾਸ। ਪ੍ਰਗਾਸ ਦਾ ਮਤਲਬ ਜਲਵਾ, ਘਟ ਘਟ ਦਾ ਮਤਲਬ ਹਰੇਕ ਹਿਰਦੇ ਵਿੱਚ, ਹਰੇਕ ਸਰੀਰ ਵਿੱਚ। ਪੂਰਨ ਦਾ ਮਤਲਬ ਵਿਆਪਕ। ਹਰ ਸਰੀਰ ਦੇ ਅੰਦਰ ਉਹ ਪ੍ਰਭੂ ਦਾ ਪ੍ਰਕਾਸ਼ ਹੈ, ਜਲਵਾ ਹੈ, ਰੋਸ਼ਨ ਹੈ, ਉਹ ਦਿਸ ਰਿਹਾ ਹੈ। ਹਰ ਇੱਕ ਦੇ ਅੰਦਰ ਉਹ ਵਸ ਰਿਹਾ ਹੈ, ਹਰ ਸਰੀਰ ਵਿੱਚ ਵਸ ਰਿਹਾ ਹੈ। ਤਾਂ ਦੇਖੋ ਕਿੰਨਾ ਸੌਖੇ ਢੰਗ ਦੇ ਨਾਲ ਗੁਰਦੇਵ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ ਕਿ ਹਰ ਸਰੀਰ ਵਿੱਚ ਰੱਬ ਵਸਦਾ ਹੈ, ਉਹਦੇ ਦਰਸ਼ਨ ਅੰਦਰੋਂ ਕਰੋ। ਪਰ ਸਾਡੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਉਹ ਕਿਉਂਕਿ ਯੋਗੀਆਂ ਵਾਲੀ ਜਾਂ ਹੋਰ ਮਤਾਂ ਵਾਲੀ ਹੈ, ਇਸ ਲਈ ਅਸੀਂ ਆਪਣੇ ਅੰਦਰੋਂ ਰੱਬ ਨੂੰ ਵੇਖਣ ਦੇ ਯਤਨ ਵੀ ਉਹਨਾਂ ਲੋਕਾਂ ਦੀ ਤਰ੍ਹਾਂ ਕਰ ਰਹੇ ਹਾਂ ਕਿ ਦਸਮ ਦੁਆਰ ਵਿੱਚ ਪ੍ਰਾਣ ਚੜਾ ਲਓ, ਸਮਾਧੀ ਲਾ ਲਓ। ਹੁਣ ਰੱਬ ਤੁਹਾਡੇ ਅੰਦਰ ਹੈ, ਤਾਂ ਜਿੱਥੇ ਰੱਬ ਹੋਏਗਾ ਉੱਥੇ ਰੱਬ ਦੇ ਗੁਣ ਵੀ ਹੋਣਗੇ, ਰੱਬ ਦਾ ਸੁਭਾਅ ਵੀ ਹੋਏਗਾ ਨਾ। ਤਾਂ ਇਹਦਾ ਮਤਲਬ ਰੱਬ ਅੰਦਰ ਗੁਣਾ ਕਰਕੇ ਵਸ ਰਿਹਾ ਹੈ। ਜਿਵੇਂ ਆਪਾਂ ਰੋਜ਼ ਇਹ ਵਿਚਾਰ ਕਰ ਰਹੇ ਹਾਂ ਕਿ ਹਰ ਇਨਸਾਨ ਦੇ ਅੰਦਰ ਗੁਣ ਮੌਜੂਦ ਨੇ, ਸੱਚਾਈ ਵੀ, ਦਇਆ ਵੀ, ਪ੍ਰੇਮ ਵੀ, ਨਿਰਭੈਤਾ, ਨਿਰਵੈਰਤਾ ਵੀ। ਇਹ ਸਾਰੇ ਗੁਣ ਅੰਦਰ ਮੌਜੂਦ ਨੇ, ਉਹਨਾਂ ਦਾ ਪ੍ਰਕਾਸ਼ ਹੈ, ਯਾਨੀ ਵਸ ਰਹੇ ਨੇ। ਉਹਨਾਂ ਨੂੰ ਯੋਗ ਕਰੋ, ਉਹਨਾਂ ਦੀ ਵਰਤੋਂ ਕਰੋ, ਉਹਨਾਂ ਨੂੰ ਆਪਣੇ ਅੰਦਰੋਂ ਵੇਖੋ, ਉਹਨਾਂ ਗੁਣਾਂ ਨੂੰ ਪ੍ਰਗਟ ਕਰੋ, ਰੱਬ ਵਾਲੇ ਸੁਭਾਅ ਨੂੰ ਪ੍ਰਗਟ। ਆਪਣੀ ਬਣਤ ਆਪ ਬਣਾਈ। ਬਣਤ ਦਾ ਮਤਲਬ ਬਨਾਵਟ, ਆ ਜਿਹੜਾ ਆਕਾਰ ਹੈ, ਜਗਤ ਰੂਪ ਘਾੜਤ ਹੈ। ਆਪ ਬਣਾਈ, ਆਪਣੀ ਰਚਨਾ
अपना आकार उन्हें आप बनाया है। बनावट का मतलब आकार, अपनी बनत आप बनाई। जो आ जगत रचना है, जो आकार है, रब ने अपना आकार आप बनाया है। वो आप ही निर्गुण तो सरगुण हो गया है, वो आप ही निरंकार तो संसार हो गया है, वो आप ही फैलिया हुआ है। अपनी रचना उसने आप ही बनाई है। नानक इत्थे थोड़ा जिहा रुकना है। जीवै देख वडाई, वडाई का मतलब वड्याई। गुरु पातशाह जी कहते ने मैं उस प्रभु की इस वड्याई नूं वेख वेख के खुश हो गया, मस्ताना हां, प्रसन्न हां। ਜਿਹੜਾ ਵੀ ਉਹਦੀ ਵਡਿਆਈ ਨੂੰ ਵੇਖੇਗਾ, ਉਹਦੇ ਹੈਰਾਨ ਕਰ ਦੇਣ ਵਾਲੇ ਕੌਤਕਾਂ ਨੂੰ ਵੇਖੇਗਾ, ਉਹਦੇ ਗੁਣਾਂ ਨੂੰ ਵੇਖੇਗਾ, ਉਹਦੇ ਸਿਸਟਮ ਨੂੰ ਦੇਖੇਗਾ, ਜੀਵੇ ਦਾ ਮਤਲਬ ਉਹਨੂੰ ਜੀਵਨ ਮਿਲੇਗਾ, ਉਹ ਖੁਸ਼ ਹੋਏਗਾ, ਉਹਦੀ ਜ਼ਿੰਦਗੀ ਵਿੱਚ ਪ੍ਰਸੰਨਤਾ ਆਏਗੀ। ਗੁਰੂ ਜੀ ਦਾ ਪਾਵਨ ਪਵਿੱਤਰ ਬਚਨ ਹੈ ਕਿ ਅਸੀਂ ਸਾਹਿਬ ਦੇ ਹੋ ਗਏ, ਅਚਰਜ ਦੇਖ ਵਡਾਈ। ਜਦੋਂ ਅਸੀਂ ਉਸ ਮਾਲਕ ਦੇ ਹੋ ਗਏ ਤਾਂ ਫਿਰ ਕੀ ਹੋਇਆ? ਸਾਡੀ ਜ਼ਿੰਦਗੀ ਦੇ ਅੰਦਰ ਖੁਸ਼ੀਆਂ, ਖੇੜੇ, ਪ੍ਰਸੰਨਤਾ ਪੈਦਾ ਹੋਈ। ਜ਼ਰੂਰਤ ਹੈ ਉਹਦੀ ਵਡਿਆਈ ਨੂੰ ਵੇਖਣਾ, ਉਹਦੇ ਗੁਣਾਂ ਨੂੰ ਵੇਖਣਾ। ਉਹ ਹਰ ਥਾਂ ਦੇ ਉੱਤੇ ਸਮਾਇਆ ਹੋਇਆ ਹੈ। ਇਹ ਸਾਰੇ ਕੌਤਕ ਉਹਦੇ ਨੇ, ਚਾਹੇ ਵਨਸਪਤੀ ਹੈ, ਜੀਵ ਜੰਤ ਨੇ, ਜਾਂ ਜਗਤ ਰਚਨਾ ਹੈ, ਜਾਂ ਅਸੀਂ ਖੁਦ ਹਾਂ। ਇਹ ਉਹਦੀ ਵਡਿਆਈਆਂ ਨੇ, ਉਹਦੇ ਗੁਣ ਨੇ। ਜਦੋਂ ਅਸੀਂ ਉਹਦੀ ਵਡਿਆਈ ਨੂੰ ਵੇਖਾਂਗੇ, ਉਹਦੇ ਗੁਣਾਂ ਨੂੰ ਵੇਖਾਂਗੇ, ਤਾਂ ਸਾਨੂੰ ਜੀਵਨ ਮਿਲੇਗਾ, ਤਾਂ ਅਸੀਂ असली जिंदगी जीवा। इसका बल ना ही इस हाथ। गुरु जी कहते ने इस प्राणी का जो ताकत है ना, शरीरक ताकत या मानसिक बौद्धिक आत्मिक ताकत, वो इहदे अपने हाथ विच नहीं है। ये अपनी ताकत दे नाल कुछ कर नहीं सकता। यह चीज ना समझण वाली है कि हुण देखो, असीं अपनी ताकत दे नाल बहुत कुछ कीता है। ਮਿਹਨਤ ਕਰਕੇ, ਜੇ ਅਸੀਂ ਆਮ ਬੰਦੇ ਦੀ ਗੱਲ ਕਰੀਏ ਤਾਂ ਮਿਹਨਤ ਕਰਕੇ ਕਈ ਲੋਕ ਪਹਿਲਾਂ ਗਰੀਬ ਸਨ, ਅੱਜ ਉਹ ਬੜੇ ਅਮੀਰ ਨੇ। ਮਿਹਨਤ ਕਰਕੇ ਘਰ ਬਣਾਏ ਨੇ, ਮਿਹਨਤ ਕਰਕੇ ਉਹਨਾਂ ਨੇ ਫੈਕਟਰੀਆਂ, ਕਾਰਖਾਨੇ ਲਗਾਏ ਨੇ, ਜ਼ਮੀਨਾਂ ਖਰੀਦੀਆਂ ਨੇ, ਬੜੇ ਵੱਡੇ ਵੱਡੇ ਕਾਰੋਬਾਰ ਨੇ, ਬੜਾ ਕੁਝ ਬਣਾਇਆ, ਮਿਹਨਤ ਕਰਕੇ ਬਣਾਇਆ। ਹੁਣ ਕਈ ਲੋਕ ਨੇ ਜਿਨ੍ਹਾਂ ਦੇ ਅੰਦਰ ਸਰੀਰਕ ਤਾਕਤ ਹੈ, ਉਹ ਬੜੇ ਵੱਡੇ ਬਾਕਸਰ ਨੇ, ਜਾਂ ਮਤਲਬ ਆਪਣਾ ਪਹਿਲਵਾਨ ਨੇ, ਕਬੱਡੀ ਦੇ ਪਲੇਅਰ ਨੇ। ਸਰੀਰਕ ਤਾਕਤ ਹੈ ਉਹਨਾਂ ਵਿੱਚ, ਕ੍ਰਿਕਟ ਦੇ ਦੂਜੇ ਮੈਚਾਂ ਦੇ ਅੰਦਰ ਉਹ ਜਿੱਤਦੇ ਨੇ, ਬਲ ਕਰ ਰਹੇ ਨੇ ਨਾ ਸਾਰਾ ਕੁਝ। ਜਿਨ੍ਹਾਂ ਦੇ ਅੰਦਰ ਬੌਧਿਕ ਤਾਕਤ ਹੈ, ਤਾਂ ਅਸੀਂ ਦੇਖਦੇ ਹਾਂ ਉਹਨਾਂ ਨੇ ਆਪਣੀ ਬੁੱਧੀ ਦੇ ਨਾਲ, ਦਿਮਾਗ ਦੇ ਨਾਲ ਕਿੰਨਾ ਕੁਝ ਖੋਜਿਆ ਹੈ। ਅੱਗ ਦੀ ਖੋਜ, ਪਹੀਏ ਦੀ ਖੋਜ ਤੋਂ ਲੈ ਕੇ ਅੱਜ ਬੰਦਾ ਇਲੈਕਟ੍ਰੋਨਿਕ ਯੁੱਗ ਦੇ ਅੰਦਰ ਵਿਚਰ ਰਿਹਾ ਹੈ। ਆਪਣੀ ਇਹਨੇ ਤਾਕਤ ਦੇ ਨਾਲ ਕਿੰਨਾ ਕੁਝ ਬਣਾਇਆ ਹੈ। ਜੇ ਅਸੀਂ ਧਾਰਮਿਕ ਪੁਰਸ਼ਾਂ ਦੀ ਜ਼ਿੰਦਗੀ ਵੱਲ ਝਾਤ ਮਾਰੀਏ ਤਾਂ ਧਾਰਮਿਕ ਪੁਰਸ਼ਾਂ ਦੇ ਅੰਦਰ ਕਿੰਨੀ ਵੱਡੀ ਪਾਵਰ, ਕਿੰਨੀ ਵੱਡੀ ਤਾਕਤ ਸੀ। ਉਹਨਾਂ ਆਪਣੀ ਤਾਕਤ ਦੇ ਨਾਲ ਕਿੰਨਾ ਮਹਾਨ ਜੀਵਨ ਜੀਵਿਆ ਹੈ। ਜਦੋਂ ਅਸੀਂ ਬਾਹਰੀ ਤੌਰ ਤੇ ਵੇਖਦੇ ਹਾਂ ਤਾਂ ਸਾਨੂੰ ਇਹ ਚੀਜ਼ਾਂ ਨਜ਼ਰ ਆਉਂਦੀਆਂ ਨੇ। ਪਰ ਗੁਰੂ ਜੀ ਜੋ ਕਹਿ ਰਹੇ ਨਾ, ਇਸਕਾ ਬਲ ਨਾ ਹੀ ਇਸ ਹੱਥ, ਕਿ ਇਹਦਾ ਆਪਣਾ ਤਾਕਤ ਆਪਣੇ ਹੱਥ ਵਿੱਚ ਨਹੀਂ। ਭਾਵ ਕਿ ਆਪਣੀ ਸਰੀਰਕ ਤਾਕਤ ਦੇ ਨਾਲ ਰੱਬੀ ਹੁਕਮ ਤੋਂ ਬਾਹਰ ਕੁਝ ਨਹੀਂ ਕਰ ਸਕਦਾ। ਇਹੋ ਜਿਹੀ ਦੇ ਵਿੱਚ ਕੋਈ ਤਾਕਤ ਨਹੀਂ ਹੈ। ਸਰੀਰਕ, ਮਾਨਸਿਕ, ਬੌਧਿਕ, ਆਤਮਿਕ ਤੌਰ ਤੇ ਜੋ ਸਿਸਟਮ ਵਿੱਚ ਨਹੀਂ, ਉਸ ਸਿਸਟਮ ਤੋਂ ਬਾਹਰ ਇਹ ਕੁਝ ਨਹੀਂ ਕਰ ਸਕਦਾ। ਜਿੰਨੀ ਮਰਜ਼ੀ ਤਾਕਤ ਹੋਵੇ, ਜਿੰਨਾ ਮਰਜ਼ੀ ਕੋਈ ਪੜਿਆ ਹੋਵੇ, ਕੋਈ ਪਹਿਲਵਾਨ ਹੋਵੇ, ਕੋਈ ਅਮੀਰ ਹੋਵੇ, ਕੋਈ ਕੁਝ ਹੋਵੇ, ਤਾਂ ਉਹ ਪਾਣੀ ਦੇ ਵਿੱਚ ਮੱਛੀਆਂ ਦੀ ਤਰ੍ਹਾਂ ਰਹਿ ਸਕਦਾ ਹੈ? ਨਹੀਂ ਰਹਿ ਸਕਦਾ ਨਾ। यानी सिस्टम तो बाहर करने वाली ताकत ਇਹਦੇ ਅੰਦਰ नहीं है। ਕਰਨ ਕਰਾਵਨ ਸਰਬ ਕੋ ਨਾਥ, ਨਾਥ ਦਾ ਮਤਲਬ ਮਾਲਕ, ਸਰਬ ਕੋ ਨਾਥ ਦਾ ਮਤਲਬ ਸਾਰਿਆਂ ਦਾ ਮਾਲਕ। ਸਭ ਜੀਵਾਂ ਦਾ ਮਾਲਕ ਪ੍ਰਭੂ ਆਪ ਹੈ ਔਰ ਸਭ ਕੁਝ ਉਹ ਕਰਨ ਕਰਾਉਣ ਦੇ ਸਮਰੱਥ ਹੈ। ਯਾਨੀ ਸਾਰਾ ਕੁਝ ਉਹਦੇ ਹੁਕਮ ਦੇ ਅੰਦਰ ਹੁੰਦਾ ਹੈ, ਹੁਕਮ ਤੋਂ ਬਾਹਰ ਨਹੀਂ। ਇਹ ਚੀਜ਼ ਸਮਝਣ ਵਾਲੀ ਹੈ। ਜੋ ਅਸੀਂ ਜਪਜੀ ਸਾਹਿਬ ਜੀ ਦੀ ਵਿਚਾਰ ਵਿੱਚ ਅਸੀਂ ਖੁੱਲ ਕੇ ਵਿਚਾਰ ਕਰ ਚੁੱਕੇ ਹਾਂ ਕਿ ਸਾਰਾ ਕੁਝ ਰਜਾ ਵਿੱਚ ਹੈ, ਭਾਣੇ ਵਿੱਚ, ਹੁਕਮ ਵਿੱਚ, ਸਿਸਟਮ ਦੇ ਅੰਦਰ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਪੁਆਈ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ। ना कोई गृहस्थी, ना कोई बाबा, ना कोई त्यागी, ना कोई साइंटिस्ट, ना कोई। हुक्म तो बाहर कुछ हो ही नहीं सकता। रजा तो बाहर कुछ नहीं हो सकता। अगला वचन करते ने, आज्ञाकारी वपुरा जियो।
ਇਹ ਜਿਹੜਾ ਵਿਚਾਰਾ ਜੀਵ ਹੈ ਨਾ, ਇਹ ਆਗਿਆਕਾਰੀ ਹੈ, ਹੁਕਮ ਵਿੱਚ ਤੁਰਨ ਵਾਲਾ ਹੈ। ਹੁਣ ਇੱਥੇ ਆਗਿਆਕਾਰੀ ਦਾ ਅਸੀਂ ਭਾਵ ਜੇ ਲਵੀਏ ਕਿ ਜੋ ਰੱਬ ਆਗਿਆ ਕਰਦਾ ਹੈ ਉਹਦੇ ਮੁਤਾਬਕ ਤੁਰਦਾ ਹੈ। ਵੈਸੇ ਚੱਲ ਨਹੀਂ ਰਿਹਾ, ਥਾਂ ਥਾਂ ਤੇ ਬੰਦਾ ਅਸੀਂ ਆਗਿਆ ਤੋੜ ਰਹੇ ਨਾ, ਗੁਰੂ ਦੀ ਬਾਣੀ ਮੁਤਾਬਕ ਨਹੀਂ ਜ਼ਿੰਦਗੀ ਜੀ ਰਹੇ। ਤਾਂ ਇੱਥੇ ਵੀ ਭਾਵ ਉਹੀ ਹੈ ਕਿ ਜਿਹੜਾ ਵਿਚਾਰਾ ਜੀਵ ਹੈ ਨਾ, ਹੁਕਮ ਦੇ ਵਿੱਚ ਤੁਰਨ ਵਾਲਾ ਹੈ। ਇਹ ਹੁਕਮ ਤੋਂ ਬਾਹਰ ਕੁਝ ਨਹੀਂ ਕਰ ਸਕਦਾ। ਆਪਣੇ ਆਪ ਇਹ ਜੋ ਮਰਜ਼ੀ ਖੱਬੀ ਖਾਂ ਬਣਿਆ ਹੋਵੇ, ਜੋ ਮਰਜ਼ੀ ਆਪਣੇ ਆਪ ਦੇ ਵਿੱਚ ਕਹੀ ਜਾਏ, ਬੋਲੀ ਜਾਏ, ਕਰਨ ਦਾ ਯਤਨ ਕਰੇ, ਲੇਕਿਨ ਹੁਕਮ ਤੋਂ ਬਾਹਰ ਨਹੀਂ ਕੁਝ ਕਰ ਸਕਦਾ। ਹੁਣ ਇਸ ਚੀਜ਼ ਨੂੰ ਅਸੀਂ ਦੇਖਦੇ ਹਾਂ, ਕਿੰਨੇ ਸਾਰੇ ਲੋਕ ਨੇ ਜਿਨ੍ਹਾਂ ਦੇ ਕੋਲ ਬਹੁਤ ਸਾਰੀ ਪ੍ਰੋਪਰਟੀ ਹੈ, ਪਰਿਵਾਰ ਨੇ ਜਾਂ ਕੁਝ ਵੀ, ਲੇਕਿਨ ਉਹ ਸੁਖੀ ਔਰ ਸ਼ਾਂਤ ਨਹੀਂ, ਚਿੰਤਾ ਦੇ ਵਿੱਚ ਗ੍ਰਸੇ ਹੋਏ ਨੇ। ਵੱਡੇ ਵੱਡੇ ਜੋ ਦਿਸੇ ਲੋਕ, ਰੀਜ਼ਨ ਕੀ ਹੈ ਕਿ ਆਗਿਆ ਵਿੱਚ ਨੇ ਨਾ, ਹੁਕਮ ਦੇ ਵਿੱਚ ਨੇ, ਕਿ ਸਿਸਟਮ ਦੇ ਵਿੱਚ ਨੇ। ਕਿਉਂਕਿ ਖੁਸ਼ੀ ਵਾਸਤੇ ਸਿਸਟਮ ਇਹ ਹੈ ਕਿ ਗੁਨਾਹ ਦੇ ਧਾਰਨ ਨਹੀਂ ਹੋਣਾ ਪੈਣਾ, ਪੋਜ਼ਿਟਿਵ ਹੋਣਾ ਪੈਣਾ ਹੈ, ਸਕਾਰਾਤਮਕ ਹੋਣਾ ਪੈਣਾ ਹੈ, ਉਤਸ਼ਾਹ ਵਾਲੀ ਜ਼ਿੰਦਗੀ ਜੀਣੀ ਪੈਣੀ ਹੈ। ਇਨਫੀਰੀਓਰਿਟੀ ਕੰਪਲੈਕਸ ਔਰ ਸੁਪਰੀਓਰਿਟੀ ਕੰਪਲੈਕਸ ਤੋਂ ਬਚਣਾ ਪੈਣਾ ਹੈ। ਖੁਸ਼ੀ ਤੇ ਤਾਂ ਆਏਗੀ। ਹੁਣ ਜਿੰਨੀ ਮਰਜ਼ੀ ਤਾਕਤ ਕਿਸੇ ਵਿੱਚ ਹੋਵੇ, ਪਰ ਜੇ ਹੁਕਮ ਨੂੰ ਫੋਲੋ ਨਹੀਂ ਕਰਦਾ ਤਾਂ ਉਸ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਖੁਸ਼ੀ ਨਹੀਂ, ਸਫਲਤਾ ਨਹੀਂ। ਜੋ ਤਿਸ ਭਾਵੈ ਸੋਈ ਫੁਨ ਥੀਓ। ਥੀਓ ਦਾ ਮਤਲਬ ਹੁੰਦਾ ਹੈ, ਫੁਨ ਦਾ ਮਤਲਬ ਫਿਰ, ਕਿਉਂਕਿ ਹੁੰਦਾ ਉਹ ਹੀ ਹੈ ਜੋ ਪ੍ਰਭੂ ਨੂੰ ਪਾਉਂਦਾ। ਪਾਉਂਦਾ ਦਾ ਮਤਲਬ ਪਾਣਾ, ਸਿਸਟਮ। ਜੋ ਸਿਸਟਮ ਹੈ ਉਹ ਹੀ ਹੋਏਗਾ। ਜਿਵੇਂ ਅਸੀਂ ਖਾਣਾ ਚਾਹੁੰਦੇ ਹਾਂ ਅੰਗੂਰ ਤੇ ਬੀਜ ਬੀਜਦੇ ਹਾਂ ਕਿੱਕਰਾਂ ਦੇ, ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਪਿਆਰਿਆ ਐਵੇਂ ਨਹੀਂ ਹੋਣਾ। ਕਿੱਕਰਾਂ ਦੇ ਬੀਜ ਬੀਜ ਕੇ ਕਿੱਕਰਾਂ ਦੀਆਂ ਫਲੀਆਂ ਮਿਲ ਸਕਦੀਆਂ ਨੇ, ਲੱਕੜ ਮਿਲ ਸਕਦੀ ਹੈ, ਸੂਲਾਂ ਮਿਲ ਸਕਦੀਆਂ ਨੇ, ਪਰ ਅੰਗੂਰ ਨਹੀਂ। ਅੰਗੂਰਾਂ ਵਾਸਤੇ ਤਾਂ ਅੰਗੂਰ ਬੀਜਣੇ ਪੈਣਗੇ, ਉਹ ਵੇਲਾਂ ਲਾਉਣੀਆਂ ਪੈਣਗੀਆਂ। ਕੱਪੜਾ ਤੂੰ ਪਾ ਸਕਦਾ ਹੈ, ਪਰ ਰੇਸ਼ਮੀ ਕੱਪੜਾ ਪਾਉਣ ਵਾਸਤੇ ਰੇਸ਼ਮ ਦੀ ਲੋੜ ਪਵੇਗੀ, ਰੇਸ਼ਮ ਦੇ ਧਾਗੇ ਦੀ। ਤੇ ਜੇ ਤੂੰ ਭੇਡਾਂ ਦੀ ਉੱਨ ਕਤਾ ਲਵੇਂ ਔਰ ਫਿਰ ਕਿਸੇ ਖੱਡੀ ਵਾਲੇ ਬੰਦੇ ਕੋਲ ਲੈ ਜਾਏ ਕਿ ਮੈਨੂੰ ਇਹਦਾ ਰੇਸ਼ਮੀ ਕੱਪੜੇ ਬਣਾ ਦੇ, ਤਾਂ ਉਹ ਕਹੇਗਾ ਵੀ ਰੇਸ਼ਮੀ ਨਹੀਂ, ਉੱਨ ਦੇ ਕੱਪੜੇ ਗਰਮ ਤੇ ਬਣ ਜਾਣਗੇ, ਪਰ ਰੇਸ਼ਮੀ ਸਵੈਟਰ ਦਾ ਬਣ ਜਾਏਗਾ, ਗਰਮ ਕੱਪੜਾ ਬਣ ਜਾਏਗਾ, ਬਣਾ ਦਿਆਂਗਾ, ਪਰ ਰੇਸ਼ਮੀ ਨਹੀਂ ਬਣਨਾ। ਮੈਂ ਕੱਪੜਾ ਉਣ ਸਕਦਾ ਹਾਂ, ਪਰ ਉੱਨ ਤੋਂ ਮੈਂ ਰੇਸ਼ਮ ਨਹੀਂ ਨਾ ਬਣਾ ਸਕਦਾ। ਤਾਂ ਜੋ ਤਿਸ ਭਾਵੈ ਸੋਈ ਫੁਨ ਥੀਓ ਦਾ ਮਤਲਬ ਜੋ ਸਿਸਟਮ ਹੈ ਉਹ ਹੀ ਹੁੰਦਾ ਹੈ, ਸਿਸਟਮ ਤੋਂ ਬਾਹਰ ਨਹੀਂ ਹੁੰਦਾ ਕੁਝ। ਜੇ ਸਾਡੀ ਸਮਝ ਵਿੱਚ ਇਹ ਚੀਜ਼ ਆ ਜਾਏ ਔਰ ਅਸੀਂ ਕੁਦਰਤ ਦੇ ਨਿਯਮਾਂ ਨੂੰ ਫੋਲੋ ਕਰੀਏ ਔਰ ਗੁਰਬਾਣੀ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾ ਲਈਏ, ਤਾਂ ਹਕੀਕਤ ਹੈ ਜ਼ਿੰਦਗੀ ਸੁਖੀ ਹੋ ਸਕਦੀ ਹੈ, ਸ਼ਾਂਤੀ ਸਾਡੇ ਜੀਵਨ ਵਿੱਚ ਆ ਸਕਦੀ ਹੈ, ਪ੍ਰਸੰਨਤਾ ਆ ਸਕਦੀ ਹੈ। ਪਰ ਆਏਗੀ ਤਾਂ ਜੇ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵਾਂਗੇ। ਤੇ ਜਦੋਂ ਅਸੀਂ ਆਪ ਨਹੀਂ ਜੀਣਾ ਚਾਹੁੰਦੇ, ਸਾਡੀ ਸਮਰੱਥਾ ਨਹੀਂ, ਜਾਂ ਅਸੀਂ ਜੀਣਾ ਹੀ ਨਹੀਂ ਚਾਹੁੰਦੇ, ਤੇ ਫਿਰ ਅਸੀਂ ਇੱਕ ਸਵਾਲ ਕਰ ਬੈਠੇ ਹਾਂ ਵੀ ਜੇ ਅਗਲਾ ਨਾ ਮੰਨੇ, ਅਸੀਂ ਤੇ ਕਰੀਏ ਜੇ ਅਗਲਾ ਨਾ ਕਰੇ। ਯਾਨੀ ਇਹਦਾ ਮਤਲਬ ਫਿਰ ਅਸੀਂ ਵੀ ਨਹੀਂ ਕਰਨਾ ਚਾਹੁੰਦੇ ਵੀ ਜੇ ਤੁਸੀਂ ਵੀ ਨਹੀਂ ਕਰੋਗੇ, ਅਗਲਾ ਵੀ ਨਹੀਂ ਕਰੇਗਾ, ਤਾਂ ਫਿਰ ਸੁੱਖ ਨਹੀਂ ਮਿਲੇਗਾ। ਇਹਦਾ ਸਿੱਧਾ ਜਿਹਾ ਉੱਤਰ ਫਿਰ ਇਹੀ ਹੈ ਨਾ, ਜੋ ਤਿਸ ਭਾਵੈ ਸੋਈ ਫੁਨ ਥੀਓ ਹੋਣਾ ਸਿਸਟਮ ਵਿੱਚ। ਕਬਹੂ ਊਚ ਨੀਚ ਮਹਿ ਬਸੈ। ਕਦੇ ਇਹ ਬੰਦਾ ਉੱਚਤਾ ਔਰ ਕਦੇ ਨੀਚਤਾ ਦੇ ਅੰਦਰ ਵਸਦਾ ਹੈ। ਕਦੇ ਇਹਦੇ ਅੰਦਰ ਖਿਆਲ ਆਉਂਦੇ ਨੇ ਕਿ ਮੈਂ ਬੜਾ ਉੱਚਾ ਬਣ ਜਾਵਾਂ, ਕੱਲ ਤੋਂ ਮੈਂ ਨਿਤਨੇਮ ਸ਼ੁਰੂ ਕਰ ਦਿਆਂ, ਅੰਮ੍ਰਿਤ ਮੈਂ ਪਾਨ ਕਰ ਲਵਾਂ, ਚੰਗੇ ਮੈਂ ਕੰਮ ਕਰਾਂ, ਔਰ ਕੱਲ ਤੋਂ ਬਸ ਹੁਣ ਸ਼ੁਰੂ, ਕੱਲ ਤੋਂ ਇਹ ਕੰਮ ਕਰ ਦੇਣਾ। ਤੇ ਅਗਲੇ ਪਲ ਫਿਰ ਇਹਦੇ ਮਨ ਦੇ ਵਿੱਚ ਵਿਚਾਰ ਆ ਜਾਂਦੇ ਨੇ, ਯਾਰ ਮੈਂ ਇਲੈਕਸ਼ਨ ਹੀ ਲੜ ਲਵਾਂ ਤੇ ਸ਼ਰਾਬ ਪੀਵਾਂ ਤੇ ਸ਼ਰਾਬ ਦੀਆਂ 4 ਬੋਤਲਾਂ ਵੰਡ ਕੇ ਤੇ ਮੈਂ ਸਰਪੰਚੀ ਜਿੱਤ ਜਾਵਾਂ, ਹੋਰ ਕੁਛ ਨਹੀਂ। ਤੇ ਯਾਨੀ ਕਦੇ ਕੋਈ ਖਿਆਲ, ਕਦੇ ਕੋਈ ਖਿਆਲ ਨਹੀਂ। ਕਦੇ ਇਹਦੇ ਮਨ ਦੇ ਵਿੱਚ ਆਉਂਦਾ ਹੈ ਕਿ ਮੈਂ ਉੱਚਾ ਮਹਾਨ ਚੰਗਾ ਧਰਮੀ ਬੰਦਾ ਬਣ ਜਾਵਾਂ, ਕਦੇ ਮਨ ਦੇ ਵਿੱਚ ਵਿਚਾਰ ਆ ਜਾਂਦੀ ਮੈਂ ਡਾਕਾ ਮਾਰਾਂ, ਮੈਂ ਐਵੇਂ ਦੂਜਿਆਂ ਵਰਗੇ 2 ਨੰਬਰ ਦੇ ਧੰਦੇ ਕਰਾਂ, ਕਾਰੋਬਾਰ ਕਰਕੇ ਮੈਂ ਵੀ ਅਮੀਰ ਹੋ ਜਾਵਾਂ। ਇਹਨੂੰ ਕਹਿੰਦੇ ਨੇ ਊਚ ਨੀਚ। ਕਦੇ ਉੱਚੇ ਵਿਚਾਰ, ਕਦੇ ਨੀਵੇਂ ਵਿਚਾਰ, ਕਦੇ ਨੈਗੇਟਿਵਿਟੀ, ਕਦੇ ਪੋਜ਼ਿਟਿਵਿਟੀ, ਕਦੇ ਇਨਫੀਰੀਓਰਿਟੀ ਕੰਪਲੈਕਸ, ਕਦੇ ਸੁਪਰੀਓਰਿਟੀ ਕੰਪਲੈਕਸ। ਕਬਹੂ ਸੋਗ ਹਰਖ ਰੰਗ ਹਸੈ। ਰੰਗ ਦਾ ਮਤਲਬ ਰੰਗ ਵਿੱਚ, ਸੋਗ ਦਾ ਮਤਲਬ ਚਿੰਤਾ। ਕਦੇ ਚਿੰਤਾ ਵਿੱਚ ਤੇ ਕਦੇ ਖੁਸ਼ੀ ਦੀ ਮੌਜ ਵਿੱਚ ਹੱਸ ਰਿਹਾ ਹੈ। ਕਬਹੂ ਸੋਗ
कदे इहदे अंदर चिंता है और कदे रंग का मतलब खुशी दे मौज विच, खुशी हरख का मतलब खुशी, खुशी की मौज विच कदे हस रहा है, कदे चिंता विच रो रहा है, ते कदे खुशी की मौज के अंदर हस रहा है। यानी कदे चिंता प्रभावित कर जाती है, कदे खुशी प्रभावित कर जाती है। जदों इहदे अंदर थोटी मोटी कोई नुकसान हो जाए, ये चिंता विच ग्रसिया जाता है, चिंता के वहन विच बह जाता है। ते जे इहनूं छोटा मोटा कोई लाभ हो जाए तो खुशियां दे विच कदे मन खुशी, कदे मन के अंदर चिंता। कबहू निंद चिंद व्यवहार, चिंद यानी चिंतन, विचार करना, व्यवहार का मतलब वतीरा, ते चिंद का मतलब चिंतन करना, विचार करना। कबहू निंद चिंद, निंदिया दी विचार, व्यवहार का मतलब वतीरा, कदे दूजियां दी निंदिया विचारन का विहार बनाई बैठा हुंदा कि चलो इत्थे बैठ के किसी दी मिट्टी पलीत करिए, निंदिया करिए, बदखोई करिए। तो यह विहार तो आम बंदे दे विच है ही है। चंद लोग बचे ने, कुछ विरले लोग बचे ने, ते दूजियां दी बदखोई करनी ते आम बंदा अपना हक समझदा है। कदे निंदिया दी विचार बनाई फिरदा है। ते निंदिया नूं थोड़ा जिहा समझ लेना, वैसे तुसीं सारे सियाणे हो, भैन भरा समझदे हो। निंदिया का मतलब सच्चाई नहीं है। ਅਸੀਂ कई बार सच्चाई ਨੂੰ भी निंदिया कह ਲੈਂਦੇ ਹਾਂ कि ਸਾਨੂੰ की लोड़ किसी की निंदिया करन दी। देखो सच बोलना चाहिए। दुनिया में झूठ क्यों फैलता है? इस करके नहीं कि झूठे बंदे ज्यादा ने, वो इस करके कि झूठ सुनने वाले सच्चे जिहड़े बंदे ने वो चुप ने। जदों सच्चे बंदे चुप हो जान ना, उदों फिर झूठ फैल जाता है। जदों बुराइयां करन वाले, सहन वाले चुप कर जान ना, चंगियाइयां वाले, उदों बुराइयां फैल जांदियां ने। निंदिया क्यों लोग करते हैं? असीं कहने लोग निंदिया बड़ी करते हैं। वो तां करते हैं क्योंकि असीं सुनते हैं। हुण तुसीं कहंदे हो जिहड़ा आउंदा निंदिया करदा तां कर रहा है, तुहाडे कोल क्यों करदा? क्योंकि तुसीं सुन रहे हो। तुसीं सुनना बंद कर दो, निंदिया होनी आपे बंद हो जाएगी। किसी की बदखोई ना सुनो। पर गुरु जी कहते हैं कदे ये निंदिया दी विचार बना लैंदा है, लोकां दी निंदिया करदा है। कबहू ऊब आकाश पयाल, ऊब का मतलब उच्चा, पयाल का मतलब पताल। कदे उच्चा आकाश तक ते कदे नीवा पताल तक चला जाता है। भाव कदे अपनी बिरती उच्ची बना लैंदा है, कदे बिरती इहदी बड़ी नीवी हुंदी है। साडे मन विच आउंदे रहिंदे ने ना विचार। कई बार साडे मन दे विच विचार आउंदे ने कि यार असीं चंगे इंसान बनना है, सच बोलना है, परोपकार करना है, गुरु की पावन बाणी पढ़नी है, गुरबाणी मुताबिक जिंदगी जीनी है। साडे मन के अंदर कदे ऐसे विचार आउंदे ने ते सानूं पता भी नहीं लगता कि कदों फिर असीं गलत विच चले जांदे हैं, फिर साडी बिरती नीवीं चली जांदी, फिर असीं झूठ बोलण लग पैंदे हैं, फिर असीं निंदिया करन लग जांदे हैं, फिर साडे अंदर इनफीरियोरिटी कॉम्पलैक्स आ जाता है, सुपीरियोरिटी कॉम्पलैक्स आ जाता है, फिर असीं लोकां दीयां बुराइयां करन लग जांदे हां। इस कहंदे ने ऊब आकाश प्याल, कदे खुशी के कारण आकाश विच उच्चा चढ़ जाता है ते कदे चिंता के कारण पताल विच डिग पैंदा। खुशी आई, बंदा फुलिया नहीं समझदा, दे भंगड़े, दे ढोल। ते जे माड़ी जी चिंता आई तो बंदा मरिया वर्गा हो जाता कि हुणे भी मरिया ते हुणे भी मरिया, थोड़ी जी गल हुई तो हर अटैक होने वाला हो जाता है। इसे नूं कहंदे ने ऊब आकाश प्याल, खुशियां दे विच उच्चा उड़दा फिरदा है, कदे चिंतावां दे सागर दे विच बह जांदा है, लेकिन सिस्टम नूं नहीं समझदा। कबहू बेता ब्रह्म विचार, बेता का मतलब जानन वाला, महरम। ब्रह्म विचार का मतलब रब दी विचार। कदे आप ही ये रब्बी विचार का महरम बन जाता है, रब दीयां विचारां करन लग जांदा, रब दीयां गल्लां करन लग जांदा और गुण गा रहा है, बाणी की गल कर रहा है, रब दी विचार जिहड़ा है बंदा करी जांदा, कदे रब दी विचार करन वाला बन जांदा। साडे विच आउंदा ना दिन विच या जिंदगी जींदियां कई बार साडा मन उच्चा नीवा इन्हां अवस्था विच जांदा है ते कदे बंदा रब दी विचार वाला बन जांदा है, इहदे मन विच रब्बी विचारां आउंदियां ने। गुरु जी कहंदे ने ए नानक आप मिलावनहार, हे नानक जीवां नूं आप अपने विच मिलावनहार है। ते आप वो मिलावनहार किवें है? सिस्टम दे विच, रजा दे विच। जो रजा विच तुरेगा उहनूं अपने नाल मिला लवेगा। हुक्म रजाई चलना नानक लिखिया नाल। पर जे हुण बंदा सिस्टम नूं ना समझे, ते सिस्टम नूं ना समझदा होया ये बंदा
ਕਦੇ ਤਾਂ ਉੱਚਾ ਹੋ ਜਾਏ ਔਰ ਕਦੇ ਇਹ ਨੀਵਾਂ ਹੋ ਜਾਏ, ਕਦੇ ਆਪਣੀ ਬਿਰਤੀ ਨੂੰ ਖੁਸ਼ੀ ਦੇ ਵਿੱਚ ਔਰ ਕਦੇ ਚਿੰਤਾਵਾਂ ਦੇ ਵਿੱਚ ਲੈ ਜਾਏ, ਕਦੇ ਲੋਕਾਂ ਦੀ ਨਿੰਦਿਆ ਕਰਨ ਵਾਲਾ ਵਿਹਾਰ ਬਣਾ ਲਵੇ, ਕਦੇ ਖੁਸ਼ੀ ਵਿੱਚ ਆਕਾਸ਼ ਵਿੱਚ ਜਾ ਚੜੇ ਤੇ ਚਿੰਤਾ ਦੇ ਕਾਰਨ ਪਤਾਲਾਂ ਵਿੱਚ ਜਾਂਦਾ ਰਹੇ, ਕਦੇ ਬ੍ਰਹਮ ਦੀਆਂ ਵਿਚਾਰਾਂ ਕਰਦਾ ਹੋਵੇ ਪਰ ਹੁਕਮ ਦੇ ਵਿੱਚ ਨਾ ਤੁਰਦਾ ਹੋਵੇ, ਸਿਰਫ ਗੱਲਾਂ ਹੋਣ, ਵਿਹਾਰ ਹੁਕਮ ਅਨੁਸਾਰ ਨਹੀਂ ਹੈ, ਤਾਂ ਉਹ ਰੱਬ ਨਾਲ ਥੋੜਾ ਮਿਲੇਗਾ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈਆਂ ਨਾਲ ਥੋੜਾ ਮਿਲੇਗਾ, ਗੱਲਾਂ ਨਾਲ ਥੋੜਾ ਮਿਲੇਗਾ। ਹੁਣ ਗੱਲਾਂ ਤਾਂ ਮੈਂ ਵੀ ਕਰ ਰਿਹਾ ਹਾਂ, ਪਰ ਜੇ ਮੈਂ ਇਹਨਾਂ ਚੀਜ਼ਾਂ ਤੇ ਅਮਲ ਨਹੀਂ ਕਰਦਾ ਤਾਂ ਮੈਨੂੰ ਸੁੱਖ ਥੋੜਾ ਮਿਲੇਗਾ, ਸ਼ਾਂਤੀ ਥੋੜਾ ਮਿਲੇਗੀ। ਮੈਨੂੰ ਸੁੱਖ ਜਾਂ ਦੁੱਖ ਤਾਂ ਮੇਰੇ ਵਿਹਾਰ ਦਾ ਮਿਲਣਾ, ਗੱਲਾਂ ਦਾ ਥੋੜਾ। ਵਿਹਾਰ ਕੈਸਾ ਹੈ, ਮੇਰੀ ਸੋਚ ਕੈਸੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਰੱਬ ਆਪ ਜੀਵਾਂ ਨੂੰ ਆਪਣੇ ਨਾਲ ਮਿਲਾਉਣ ਵਾਲਾ ਹੈ, ਭਾਵ ਕਿ ਆਪਣੀ ਰਜ਼ਾ ਔਰ ਹੁਕਮ ਦੇ ਅੰਦਰ ਉਹ ਆਪਣੇ ਨਾਲ ਮਿਲਾਉਂਦਾ ਹੈ। ਕਬਹੂ ਨਿਰਤ ਕਰੇ ਬਹੁ ਭਾਂਤ, ਕਦੀ ਬੰਦਾ ਅਨੇਕਾਂ ਤਰੀਕਿਆਂ ਦੇ ਨਾਲ ਨਾਚ ਨੱਚਦਾ ਹੈ, ਔਰ ਬੰਦਾ ਨਾਚ ਨੱਚ ਰਿਹਾ ਨਾ, ਕਦੇ ਕਾਮ ਦੇ ਹੱਥੀ ਚੜ ਕੇ, ਕਦੇ ਕ੍ਰੋਧ ਦੇ ਹੱਥੀ ਚੜ ਕੇ। ਕਦੇ ਕ੍ਰੋਧ ਆਇਆ ਹੋਵੇ, ਕਿਉਂਕਿ ਸਾਨੂੰ ਸਾਰਿਆਂ ਨੂੰ ਆਉਂਦਾ ਹੀ ਹੈ ਨਾ, ਤੇ ਕਦੇ ਝਾਤ ਮਾਰੋ ਮਾੜੀ ਜੀ ਵੀ ਜਦੋਂ ਤੁਹਾਨੂੰ ਗੁੱਸਾ ਆਇਆ ਹੋਵੇ ਤੇ ਕਿਵੇਂ ਅਸੀਂ ਕ੍ਰੋਧ ਵਿੱਚ ਨਾਚ ਨੱਚਦੇ ਹਾਂ। ਸਾਡਾ ਸਾਰਾ ਕੁਝ ਤਹਿਸ ਨਹਿਸ ਹੋਇਆ ਹੁੰਦਾ ਨਾ। ਪਰਿਵਾਰ ਦੇ ਵਿੱਚ ਜੇ ਸਬਜ਼ੀ ਭਾਜੀ ਵਿੱਚ ਲੂਣ ਮਿਰਚ ਮਾੜਾ ਥੋੜਾ ਬਹੁਤਾ ਤੇਜ਼ ਘੱਟ ਵੱਧ ਹੋ ਜਾਏ ਜਾਂ ਛੋਟੀ ਮੋਟੀ ਗੱਲ ਘਰ ਵਾਲੀ ਕਹਿ ਦੇ ਤੇ ਉਹ ਥਾਲੀ ਗਈ ਹੁੰਦੀ ਹੈ ਦੂਜੇ ਪਾਸੇ, ਵੇਖਦੇ ਆ ਨਾ ਅਸੀਂ, ਨਾਚ ਨੱਚ ਰਿਹਾ ਨਾ ਬੰਦਾ। ਅਨੇਕਾਂ ਕਿਸਮ ਦੇ ਨਾਚ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਹੰਕਾਰ ਦਾ। ਕਬੂ ਸੋਏ ਰਹੇ ਦਿਨ ਰਾਤ, ਤੇ ਕਦੇ ਦਿਨ ਰਾਤ ਸੁੱਤਾ ਹੀ ਰਹਿੰਦਾ ਹੈ। ਸੁੱਤੇ ਦਾ ਮਤਲਬ ਕਿ ਅਚੇਤ ਹੀ ਰਹਿੰਦਾ ਹੈ, ਕੁਝ ਸੋਚਦਾ ਹੀ ਨਹੀਂ ਹੈ। ਔਰ ਕਈ ਵਾਰ ਐਸਾ ਹੁੰਦਾ ਹੈ ਕਿ ਸਾਨੂੰ ਸਰੀਰਕ ਤੌਰ ਤੇ ਵੀ ਕਾਫੀ ਨੀਂਦ ਆਉਂਦੀ ਹੈ। ਬੜੇ ਲੋਕ ਐਸੇ ਨੇ ਜਿਹੜੇ ਦਿਨ ਰਾਤ ਸੁੱਤੇ ਰਹਿੰਦੇ ਨੇ। ਤੇ ਖਾਸ ਕਰਕੇ ਸਾਡਾ ਹੁਣ, ਸਾਨੂੰ ਤੇ ਜਦੋਂ ਕੋਈ ਫੋਨ ਕਰੇ ਨਾ, ਜਦੋਂ ਕੋਈ ਗਿਆਨ ਜੀ ਸੁੱਤੇ ਸੀ, ਸੁੱਤੀ ਹੋਈ ਜਦੋਂ ਕੋਈ ਫੋਨ ਕਰਦਾ ਨਾ, ਗਿਆਨ ਜੀ ਕੀ ਹਾਲ ਹੈ, ਸੁੱਤੇ ਤਾਂ ਨਹੀਂ ਸੀ। ਯਾਨੀ ਉਹਨਾਂ ਨੂੰ ਪਤਾ ਵੀ ਜੇ ਜ਼ਿਆਦਾ ਨਹੀਂ ਤੇ ਗਿਆਨੀ ਜੀ ਤੇ ਸੁੱਤੇ ਹੀ ਹੋਣਾ। ਯਾਨੀ ਕਦੇ ਬੰਦਾ ਦਿਨ ਰਾਤ ਸੁੱਤਾ ਹੀ ਰਹਿੰਦਾ ਹੈ। ਸਰੀਰਕ ਨੀਂਦ ਵੀ ਕਈ ਵਾਰ ਡਿਪਰੈਸ਼ਨ ਵਗੈਰਾ ਚਲਾ ਜਾਏ ਤੇ ਬੰਦਾ ਨੀਂਦ ਘੱਟ ਵੱਧ ਹੋ ਜਾਂਦੀ ਨਾ, ਸਰੀਰਕ ਤੌਰ ਤੇ ਵੀ। ਲੇਕਿਨ ਇੱਥੇ ਅਗਿਆਨਤਾ ਦੀ ਨੀਂਦ ਦੀ ਗੱਲ ਹੈ। ਕਦੇ ਬੰਦਾ ਦਿਨ ਰਾਤ ਅਗਿਆਨਤਾ ਦੀ ਨੀਂਦ ਵਿੱਚ ਹੀ ਸੁੱਤਾ ਹੈ, ਗਫਲਤ ਹੈ, ਕੋਈ ਉਹਨੂੰ ਹੋਸ਼ ਨਹੀਂ, ਜੋ ਮਰਜ਼ੀ ਮਾੜੇ ਕਰਮ ਕਰੀ ਜਾ ਰਿਹਾ ਹੈ। ਕਬਹੂ ਮਹਾ ਕ੍ਰੋਧ ਵਿਕਰਾਲ, ਵਿਕਰਾਲ ਦਾ ਮਤਲਬ ਭਿਆਨਕ। ਕਦੇ ਕ੍ਰੋਧ ਦੇ ਅੰਦਰ ਆਣ ਕੇ ਬੜਾ ਭਿਆਨਕ ਹੋ ਜਾਂਦਾ ਹੈ, ਡਰਾਵਣਾ ਲੱਗਦਾ ਹੈ। ਕ੍ਰੋਧ ਦੇ ਕਾਰਨ ਬੜਾ ਡਰਾਵਣਾ ਲੱਗਦਾ ਹੈ। ਜਿਹੜੇ ਆ ਬਹੁਤੇ ਵੀਰ ਨੇ ਨਾ, ਵੀਰ ਵੀ ਭੈਣਾਂ ਵੀ ਵਿੱਚ ਹੀ ਅਸੀਂ ਸਾਰੇ ਸ਼ਾਮਲ ਆ, ਜਿਹੜੇ ਅਸੀਂ ਬੜੇ ਬੀਬੇ ਰਾਣੇ ਬਣੇ ਹੁੰਦੇ ਆ ਨਾ, ਕਈ ਵਾਰ ਕ੍ਰੋਧ ਦੇ ਵਿੱਚ ਵੇਖੋ, ਕਈ ਵਾਰ ਫਿਰ ਆਪ ਨੂੰ ਵੀ ਹਾਸਾ ਆਉਂਦਾ ਨਾ, ਵਿਕਰਾਲ ਬਣ ਜਾਂਦਾ ਬੰਦਾ, ਭਿਆਨਕ ਬਣ ਜਾਂਦਾ ਹੈ। ਔਰ ਕਿੰਨਾ ਭਿਆਨਕ ਹੈ ਅਸੀਂ ਰੋਜ਼ ਵਿਚਾਰ ਕਰ ਰਹੇ ਹਾਂ। ਦੇਖੋ ਹੀਰੋਸ਼ੀਮਾ ਨਾਗਾਸਾਕੀ, ਕ੍ਰੋਧ ਹੀ ਹੈ ਨਾ। ਦੇਖੋ ਤੁਸੀਂ ਐਟਮ ਬੰਬ, ਹਾਈਡਰੋਜਨ ਬੰਬ, ਕ੍ਰੋਧ ਹੀ ਹੈ ਨਾ। ਜਿਹੜੇ ਆ ਟਰੱਕ ਵਾਲੀ ਤੁਸੀਂ ਗੱਲ ਕਰ ਰਹੇ ਸੋ, ਕ੍ਰੋਧ ਹੀ ਹੈ ਨਾ। ਨਹੀਂ ਤੇ ਟਰੱਕ ਅੱਗੇ ਪਿੱਛੇ ਕਰਨ ਵਿੱਚ ਕਿੰਨਾ ਫਰਕ ਪੈਂਦਾ। 2 ਮਿੰਟ ਕੋਈ ਪਹਿਲਾਂ ਪੈਟਰੋਲ ਪਵਾ ਲੈ ਗਿਆ, ਥੋੜਾ ਲੇਟ ਹੋ ਗਿਆ, ਠੀਕ ਹੈ, ਗਲਤੀ ਕਿਸੇ ਦੀ ਹੋ ਸਕਦੀ ਹੈ, ਪਰ ਇਹ ਥੋੜੀ ਵੀ ਕ੍ਰੋਧ ਨਾਲ ਉਹਨੂੰ ਕਿਰਪਾਨਾਂ ਨਾਲ ਹੀ ਮਾਰ, ਵਿਕਰਾਲ ਹੋ ਜਾਂਦਾ ਨਾ ਬੰਦਾ। ਕਬਹੂ ਮਹਾ ਕ੍ਰੋਧ ਵਿਕਰਾਲ, ਕਦੇ ਇਹ ਕ੍ਰੋਧ ਦੇ ਕਾਰਨ ਬੰਦਾ ਬੜਾ ਭਿਆਨਕ ਹੋ ਜਾਂਦਾ ਹੈ, ਡਰਾਵਣਾ ਹੋ ਜਾਂਦਾ ਹੈ। ਕਬਹੂ ਸਰਬ ਕੀ ਹੋਤ ਰਵਾਲ, ਤੇ ਅਗਲੇ ਹੀ ਪਾਲੇ ਸਾਰਿਆਂ ਦੀ ਚਰਨ ਧੂੜ ਬਣਿਆ ਹੁੰਦਾ। ਰਵਾਲ ਦਾ ਮਤਲਬ ਚਰਨ ਧੂੜ ਜੀ, ਮੈਂ ਤੁਹਾਡੇ ਚਰਨਾਂ ਦਾ ਦਾਸ। ਕਦੇ ਕ੍ਰੋਧ ਦੇ ਵਿੱਚ ਬੜਾ ਭਿਆਨਕ ਹੋਇਆ ਪਿਆ ਹੈ, ਸਾਰੇ ਅਣਜਾਣਿਆਂ ਨੂੰ ਕੁੱਟਿਆ ਹੈ, ਜਨਾਨੀ ਦੀਆਂ ਲੱਤਾਂ ਤੋੜੀਆਂ ਪਈਆਂ ਨੇ, ਅਣਜਾਣਿਆਂ ਦੇ ਮੂੰਹ ਲਾਲ ਕੀਤੇ ਨੇ, ਤੇ ਅਗਲੇ ਹੀ ਪਲ ਮਤਲਬ ਬੱਚੇ ਨੂੰ ਮੂੰਹ ਦੇ ਵਿੱਚ ਲੈ ਕੇ ਗੋਦ ਦੇ ਵਿੱਚ ਤੇ ਚੁੰਮਦਾ, ਮੇਰਾ ਲਾਲ, ਸੌਰੀ ਮੇਰੇ ਤੋਂ ਗਲਤੀ ਹੋ ਗਈ, ਮੇਰਾ ਪੁੱਤੂ, ਮੇਰਾ ਫਲਾਣਾ ਪੀਂਦਾ। ਇੱਕ ਪਲ ਦੇ ਵਿੱਚ ਹੀ ਚਰਨ ਧੂੜ ਹੋਇਆ ਫਿਰਦਾ ਹੈ। ਕਦੇ ਕ੍ਰੋਧ ਵਿੱਚ ਗੁੱਸਾ, ਕਦੇ ਇਹ ਸਾਰਿਆਂ ਦੀ ਚਰਨ ਧੂੜ। ਕਬਹੂ ਹੋਏ ਬਹਿ ਬੜ ਰਾਜਾ, ਕਦੇ ਰਾਜਾ ਬਣ ਪੈਂਦਾ, ਬਾਦਸ਼ਾਹ ਬਣ ਪੈਂਦਾ, ਭਾਵ ਆਪਣਾ ਹੁਕਮ ਚਲਾਉਂਦਾ ਹੈ ਕਿ ਮੇਰਾ ਹੁਕਮ ਚੱਲਣਾ ਚਾਹੀਦਾ। ਔਰ ਹੁਕਮ ਚਲਾਉਣ ਦੀ ਬਿਰਤੀ ਆਮ ਬੰਦੇ ਵਿੱਚ, ਸੰਸਾਰ ਵਿੱਚ ਹੁਕਮ ਚਲਾਉਣਾ ਚਾਹੁੰਦਾ ਹੈ, ਆਪਣੇ ਦੇਸ਼ ਵਿੱਚ ਚਲਾਉਣਾ ਚਾਹੁੰਦਾ ਹੈ, ਆਪਣੇ ਸਟੇਟ ਵਿੱਚ ਚਲਾਉਣਾ ਚਾਹੁੰਦਾ ਹੈ, ਸ਼ਹਿਰ ਵਿੱਚ। ਤੇ ਜੇ ਕਿਤੇ ਵੀ ਨਾ ਚੱਲੇ ਫਿਰ ਕਹਿੰਦਾ ਕਿ ਮੇਰੇ ਘਰ ਦੇ ਜੀ ਤੇ ਮੰਨਣ। ਘਰ ਦੇ ਵੀ ਕਈ ਵਾਰੀ ਸਾਰੇ ਜੀ ਨਹੀਂ ਮੰਨਦੇ, ਪੁੱਤਰ ਨੂੰਹਾਂ ਵੀ ਕਈ ਵਾਰੀ ਵੱਖਰੇ ਹੋ ਜਾਂਦੇ ਨੇ, ਫਿਰ ਕਹਿੰਦਾ ਵੀ ਮੇਰੀ ਘਰ ਵਾਲੀ ਤੇ ਮੰਨੇ। ਤੇ ਅੱਜ ਕੱਲ੍ਹ ਘਰ ਵਾਲੀਆਂ ਦਾ ਤੁਹਾਨੂੰ ਪਤਾ ਹੀ ਹੈ, ਭੈਣਾਂ ਹੱਸ ਪਈਆਂ ਨਾ ਸਾਰੀਆਂ।
नहीं कोई नजायज गल्लां नहीं मनदियां, घर वाली भी नहीं मनदी, कई वारी नजायज नहीं मनदियां। फिर बंदा सोचदा यार जे घर वाली भी चल नहीं मनदी ते नौकर ते गल मेरी मन्ने ना। ਤੇ ਕਈ ਵਾਰ ਨੌਕਰ ਵੀ ਨਜਾਇਜ਼ ਨਹੀਂ ਮੰਨਦਾ ਵੀ ਕੌਣ ਦਾਬੇ, ਉਹ ਕਹਿੰਦਾ ਵੀ ਸਰਦਾਰ ਜੀ ਤੇ ਫੜੋ ਆਪਣੇ ਪੈਸੇ, ਮੈਂ ਕਿਤੇ ਹੋਰ ਜਾ ਕੇ ਨੌਕਰੀ ਕਰ ਲਾਂ। ਤੇ ਜਿਹਦੀ ਨੌਕਰ ਵੀ ਨਾ ਮੰਨੇ ਫਿਰ ਉਹ ਗੁਰਦੁਆਰੇ ਨੇ ਭਾਈ ਕਿਹੜੀ ਮਾਸੀ ਕੋਲ ਜਾਣਗੇ, ਉਹ ਗੁਰਦੁਆਰੇ ਆਣ ਕੇ ਹੁਕਮ ਚਲਾਉਣਗੇ, ਮੰਦਿਰ ਵਿੱਚ ਚਲਾਉਣਗੇ, ਮਸੀਤ ਵਿੱਚ ਚਲਾਉਣਗੇ। ਚਲਾਉਣਾ ਹੁਕਮ ਹੀ ਹੈ, ਮੰਨਣਾ ਨਹੀਂ। ਕਬਹੂ ਹੋਏ ਬਹਿ ਵੱਡ ਰਾਜਾ, ਕਦੇ ਵੱਡਾ ਰਾਜਾ ਬਣ ਪੈਂਦਾ ਹੈ। ਕਬਹੂ ਭਿਖਾਰੀ ਨੀਚ ਕਾ ਸਾਜਾ, ਸਾਜਾ ਦਾ ਮਤਲਬ ਸਾਜ, ਸਾਂਗ। ਕਦੇ ਇਹ ਨੀਵੀਂ ਜਾਤ ਦੇ ਮੰਗਤੇ ਦਾ ਸਾਂਗ ਬਣਾ ਲੈਂਦਾ ਹੈ ਕਿ ਮੈਂ ਤੇ ਜੀ ਅਸੀਂ ਤੇ ਭਿਖਾਰੀ ਹਾਂ ਜੀ, ਰੱਬ ਦੇ ਦਰ ਦੇ ਮੰਗਤੇ ਹਾਂ ਜੀ, ਅਸੀਂ ਤੇ ਤੁਹਾਡੇ ਚਰਨਾਂ ਦੇ ਦਾਸ ਹਾਂ ਜੀ। ਕਦੇ ਇਹੋ ਜਿਹਾ ਪੇਸ਼ ਬਣਾ ਲੈਂਦਾ, ਕਦੇ ਆਪਣੇ ਆਪ ਨੂੰ ਰਾਜਾ ਬਾਦਸ਼ਾਹ ਬਣਾ ਕੇ ਪੇਸ਼ ਕਰਦਾ ਹੈ, ਔਰ ਕਦੇ ਇਹ ਭਿਖਾਰੀਆਂ ਵਾਲਾ ਪੇਸ਼ ਬਣਾ ਲੈਂਦਾ ਹੈ। ਕਦੇ ਇਹਦੇ ਅੰਦਰ ਐਸੀਆਂ ਬਿਰਤੀਆਂ ਆ ਜਾਂਦੀਆਂ। ਕਬਹੂ ਅਪਕੀਰਤ ਮਹਿ ਆਵੇ, ਕਦੇ ਬਦਨਾਮੀ ਕਰਾ ਰਿਹਾ ਹੁੰਦਾ ਹੈ। ਕਦੇ ਆਪ ਇਸ ਨਹੀਂ ਕਹਿੰਦੇ ਨਾ ਜੀ ਅਸੀਂ ਤੇ ਪਾਪੀ ਅਪਰਾਧੀ ਹਾਂ, ਵੈਸੇ ਕਹਿੰਦੇ ਅਸੀਂ ਉੱਤੋਂ ਉੱਤੋਂ ਹਾਂ। ਆਮ ਬੰਦੇ ਨੂੰ ਕभी ਨਾ ਤੁਸੀਂ ਬੜੇ ਚੰਗੇ, ਨਾ ਨਾ ਭਾਜੀ ਅਸੀਂ ਕਿੱਥੇ, ਅਸੀਂ ਤੇ ਚਰਨਾਂ ਦੀ ਧੂੜ, ਅਸੀਂ ਤੇ ਪਾਪੀ ਅਪਰਾਧੀ ਕਲਯੁਗ ਜੀਵ ਹਾਂ, ਅਸੀਂ ਤੇ ਪਾਪੀ ਹਾਂ। ਤੇ ਜੇ ਕਹਿ ਦਈਏ ਨਾ ਯਾਰ ਹਾਂ ਹੈ ਤੇ ਗੱਲ ਸੱਚੀ ਹੈ, ਤੁਸੀਂ ਪਾਪੀ ਹੀ ਹੋ, ਫਿਰ ਅਗਲਾ ਕੀ ਕਰਦਾ ਉਹਦਾ ਸਾਨੂੰ ਪਤਾ ਹੀ ਹੈ। ਤੇ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਅਸੀਂ ਪਾਪੀ ਹਾਂ, ਅਸੀਂ ਇੱਕ ਦੂਜੇ ਨੂੰ ਕਹਿੰਦੇ ਨਾ, ਮੈਂ ਤੁਹਾਨੂੰ ਕਹਿ ਦਿੰਦਾ ਨਾ ਨਾ ਭੈਣੋ ਵੀਰੋ ਮੈਂ ਤੇ ਪਾਪੀ ਅਪਰਾਧੀ ਜੀ, ਤੁਸੀਂ ਮੈਨੂੰ ਕਹਿ ਦਿੰਦੇ ਹੋ, ਇੱਕ ਦੂਜੇ ਨੂੰ ਕਹਿੰਦੇ ਆ ਨਾ, ਤਾਂ ਜੇ ਵਾਸਤਵ ਦੇ ਵਿੱਚ ਅਸੀਂ ਸੱਚੇ ਆ ਨਾ ਕਿ ਅਸੀਂ ਪਾਪੀ ਹਾਂ, ਤਾਂ ਸਾਨੂੰ ਇੱਕ ਦੂਜੇ ਨੂੰ ਨਹੀਂ ਕਹਿਣਾ ਚਾਹੀਦਾ, ਸਾਨੂੰ ਥਾਣੇ ਜਾਣਾ ਚਾਹੀਦਾ ਤੇ ਪੁਲਿਸ ਵਾਲਿਆਂ ਨੂੰ ਕਹਿਣਾ ਚਾਹੀਦਾ ਕਿ ਅਸੀਂ ਪਾਪੀ ਹਾਂ ਤੇ ਅਸੀਂ ਇਹ ਅਪਰਾਧ ਕੀਤੇ ਨੇ ਤੇ ਸਾਨੂੰ ਜੇਲ੍ਹ 'ਚ ਦਿਓ, ਸਾਡੇ ਤੇ ਕੇਸ ਚਲਾਓ, ਸਾਨੂੰ ਅੰਦਰ ਕਰੋ। ਪਰ ਐਵੇਂ ਨਹੀਂ ਨਾ ਕੋਈ ਮੰਨਦਾ। ਕਦੀ ਆਪਣੇ ਆਪ ਨੂੰ ਐਵੇਂ ਅਖਵਾਈ ਜਾਂਦਾ, ਅਪਕੀਰਤ ਮਾੜਾ ਅਖਵਾਉਂਦਾ ਹੈ ਆਪਣੇ ਆਪ ਨੂੰ। ਕਬਹੂ ਭਲਾ ਭਲਾ ਕਹਾਵੇ, ਤੇ ਕਦੇ ਆਪਣੇ ਆਪ ਨੂੰ ਭਲਾ ਅਖਵਾਉਂਦਾ ਹੈ। ਤੁਹਾਨੂੰ ਇਹੋ ਜਿਹੇ ਆਮ ਬੰਦੇ ਮਿਲ ਜਾਣਗੇ, ਕਿਸੇ ਗੁਰਦੁਆਰਾ ਸਾਹਿਬ ਅਸੀਂ ਜਾਈਏ ਨਾ, ਬੜੇ ਲੋਕ ਮਿਲਦੇ ਨੇ, ਭਾਜੀ ਇਹ ਗੁਰਦੁਆਰਾ ਅਸੀਂ ਸ਼ੁਰੂ ਕਰਾ ਰਹੇ ਸੀ, ਅਸੀਂ ਬਣਾਇਆ, ਅਸੀਂ ਮਤਲਬ ਇੰਝ ਕੀਤਾ। ਉਹ ਇੰਝ ਫੀਲ ਕਰਾ ਰਹੇ ਹੁੰਦੇ ਨੇ ਕਿ ਜੇ ਨਾ ਹੁੰਦੇ ਤੇ ਗੁਰਦੁਆਰੇ ਇਸ ਦੁਨੀਆ ਤੇ ਹੋਣੇ ਹੀ ਨਹੀਂ ਸਨ। ਉਹ ਇੰਝ ਨੇ ਜਿਵੇਂ ਕੋੜ ਕਿਰਲੀ ਸਮਝਦੇ ਨਾ, ਕਿ ਛਤੀਰ ਮੈਂ ਚੁੱਕਿਆ ਤੇ ਜਿਵੇਂ ਛਤੀਰ ਥੱਲੋਂ ਨਿਕਲ ਗਈ, ਛਤੀਰ ਥੱਲੇ ਡਿੱਗ ਪੈਣਾ। ਕਦੀ ਬੰਦੇ ਭਲਾ ਖਵਾਉਂਦੇ ਨੇ, ਮੈਂ ਜੀ ਇੰਨਾ ਪਰਉਪਕਾਰ, ਇਹਨਾਂ ਜੀ ਅਸੀਂ ਦਾਨ ਕਰਨੇ ਆ, ਮੈਂ ਜੀ ਕਲਾਸਾਂ ਲਗਾਉਣਾ, ਮੈਂ ਜੀ ਇਹ ਕਰਦੇ ਨੇ ਨਾ। ਕਦੇ ਭਲਾ ਭਲਾ ਖਵਾਉਂਦੇ ਨੇ, ਕਦੇ ਆਪਣੇ ਆਪ ਨੂੰ ਬੰਦਾ ਪਾਪੀ ਅਪਰਾਧੀ ਖਾਣ ਲੱਗਦਾ। ਜਿਉਂ ਪ੍ਰਭ ਰਾਖੈ ਤਿਵ ਹੀ ਰਹੇ, ਪਰ ਗੁਰੂ ਜੀ ਕਹਿੰਦੇ ਨੇ ਗੱਲਾਂ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ। ਜਿਉਂ ਪ੍ਰਭ ਰਾਖੈ ਤਿਵ ਹੀ ਰਹੇ, ਜਿਵੇਂ ਰੱਬ ਰੱਖਦਾ ਹੈ ਨਾ, ਜੀਵ ਰਹਿੰਦਾ ਉਸ ਤਰ੍ਹਾਂ ਹੈ। ਗੱਲਾਂ ਕਰਨ ਨਾਲ ਕੁਝ ਨਹੀਂ ਹੋਣਾ, ਹੋਣਾ ਹੈ ਸਿਸਟਮ ਦੇ ਅੰਦਰ, ਰੱਬ ਦੀ ਰਜ਼ਾ ਦੇ ਅੰਦਰ। ਜਿਉਂ ਪ੍ਰਭ ਰਾਖੈ ਤਿਵ ਹੀ ਰਹੇ, ਤੁਸੀਂ ਭਲੇ ਅਖਵਾਈ ਜਾਓ, ਬੁਰੇ ਅਖਵਾਈ ਜਾਓ, ਖੁਸ਼ ਹੋਈ ਜਾਓ ਜਾਂ ਚਿੰਤਾ ਵਿੱਚ ਰਹੀ ਜਾਓ, ਇਹਦੇ ਨਾਲ ਗੱਲਾਂ ਕਰਨ ਨਾਲ ਕੁਝ ਨਹੀਂ ਹੋਣਾ। ਸਿਸਟਮ ਦੇ ਅੰਦਰ ਹੋਣਾ ਹੈ, ਜੋ ਹੁਕਮ ਦੇ ਅੰਦਰ ਹੈ, ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਜਿਉਂ ਪ੍ਰਭ ਰਾਖੈ ਤਿਵ ਹੀ ਰਹੇ, ਇਸ ਲਈ ਗੁਰ ਪ੍ਰਸਾਦ ਨਾਨਕ ਸੱਚ ਕਹੈ ਕੋਈ ਵਿਰਲਾ ਮਨੁੱਖ। ਗੁਰ ਪ੍ਰਸਾਦ ਦਾ ਮਤਲਬ ਗੁਰੂ ਦੀ ਕਿਰਪਾ ਸਦਕਾ, ਸੱਚ ਕਹੇ ਦਾ ਮਤਲਬ ਕੁਛ ਵਿਰਲੇ ਲੋਕ ਨੇ ਜੋ ਸੱਚ ਬੋਲਦੇ ਨੇ, ਜੋ ਸੱਚ ਦੇ ਧਾਰਨੀ ਨੇ, ਜੋ ਮਨ ਵਚਨ ਕਰਮ ਕਰਕੇ ਸੱਚ ਦੇ ਧਾਰਨੀ ਨੇ, ਜੋ ਰੱਬੀ ਰਜ਼ਾ ਦੇ ਅੰਦਰ ਤੁਰਦੇ ਨੇ, ਰੱਬੀ ਸਿਫਤ ਸਲਾਹ ਕਰਦੇ ਨੇ। ਗੁਰੂ ਦੀ ਕਿਰਪਾ ਦੇ ਨਾਲ ਕੁਝ ਲੋਕ ਐਸੇ ਨੇ ਜੋ ਇਹਨਾਂ ਚੀਜ਼ਾਂ ਤੋਂ ਉੱਤੇ ਉੱਠ ਗਏ ਨੇ ਔਰ ਸਿਰਫ ਨਿਰੋਲ ਸੱਚ ਦੇ ਨਾਲ ਜੁੜ ਗਏ ਨੇ। ਹੁਕਮ ਰਜਾਈ ਚੱਲਣਾ ਕਿਉਂ ਸੱਚਿਆਰਾ, ਇਹ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਉਹ ਰਜਾ ਦੇ ਵਿੱਚ ਤੁਰ ਰਹੇ ਨੇ, ਉਹ ਸਚਿਆਰ ਹੋਣ ਦਾ ਯਤਨ ਕਰ ਰਹੇ ਨੇ। ਵਿਰਲੇ ਨੇ ਤੇ ਕੌਣ ਨੇ ਉਹ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਰਾਹੀਂ ਕੁਝ ਵਿਰਲੇ ਲੋਕ ਸੱਚ ਦੇ ਧਾਰਨੀ ਨੇ, ਹੁਕਮ ਰਜਾ ਵਿੱਚ ਤੁਰ ਰਹੇ ਨੇ। ਗੁਰੂ ਦੀ ਕਿਰਪਾ ਦਾ ਮਤਲਬ ਗੁਰੂ ਦਾ ਗਿਆਨ, ਗਿਆਨ ਗੁਰੂ ਦੀ ਅਗਵਾਈ ਵਿੱਚ ਜੋ ਚੱਲ ਰਹੇ ਨੇ। ਤੇ ਜੇ ਅਸੀਂ ਸੌਖੀ ਲਫ਼ਜ਼ਾਂ ਵਿੱਚ ਸਮਝਣਾ ਹੋਵੇ, ਉਹ ਲੋਕ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾ ਲੈਂਦੇ ਨੇ, ਉਹ ਫਿਰ ਸੱਚ ਕਹਿੰਦੇ ਨੇ, ਉਹਨਾਂ ਦੇ ਜੀਵਨ ਦਾ ਗੋਲ ਸੱਚ ਬਣ ਜਾਂਦਾ ਹੈ, ਉਹ ਲੋਕ ਸਚਿਆਰ ਹੋ ਜਾਂਦੇ ਨੇ। ਤੇ ਜੋ ਸਚਿਆਰ ਨੇ ਉਹਨਾਂ ਦਾ ਆਉਣਾ ਇਸ ਸੰਸਾਰ ਦੇ ਅੰਦਰ ਸਫਲਾ ਹੋ ਜਾਂਦਾ। ਤਾਂ ਅੱਜ ਦੀ ਵਿਚਾਰ ਮੁਤਾਬਕ ਸਾਨੂੰ ਗੁਰਦੇਵ ਪਾਤਸ਼ਾਹ ਸਮਝਾ ਰਹੇ ਨੇ ਕਿ ਇਸ ਸੰਸਾਰ ਵਿੱਚ ਰੱਬ ਦਾ ਹੁਕਮ ਵਰਤ ਰਿਹਾ ਹੈ, ਹੁਕਮ ਤੋਂ ਬਾਹਰ ਬੰਦਾ ਕੁਛ ਨਹੀਂ ਕਰ ਸਕਦਾ। ਇਹਦਾ ਜਿਹੜੀ ਆਪਣੀ ਸਰੀਰਕ ਤਾਕਤ ਹੈ, ਜਿੰਨੀ ਮਰਜ਼ੀ ਵਰਤ ਲਵੇ, ਹੁਕਮ ਤੋਂ ਬਾਹਰ ਇਹ ਕੁਛ ਕਰ ਨਹੀਂ ਪਾਏਗਾ। ਇਸ ਲਈ ਕਰਨ ਕਰਾਵਨ ਸਰਬ ਕੇ ਨਾਥ, ਸਾਰਾ ਕੁਛ ਕਰਾ ਰਿਹਾ ਹੈ ਰੱਬ,
यानी रब दे हुक्म भाने रजा दे अंदर सब कुछ हो गया है। इसलिए जे असीं सुख शांति आनंद खेड़ा मंगल प्रसन्नता चाहुंदे हां तां सानूं रब्बी रजा मुताबक अपनी जिंदगी जिहड़ी है ਉਹ ਬਿਤਾਉਣ ਦਾ ਯਤਨ ਕਰਨਾ ਚਾਹੀਦਾ ਹੈ। ਗੁਰੂ ਪਾਤਸ਼ਾਹ ਦੀ ਰਹਿਮਤ ਔਰ ਬਖਸ਼ਿਸ਼ ਕਰਨ ਅਸੀਂ ਗੁਰੂ ਜੀ ਦੀ ਪਾਵਨ ਬਾਣੀ ਆਪ ਪੜ੍ਹੀਏ, ਗੁਰਬਾਣੀ ਦੀ ਅਸੀਂ ਵਿਚਾਰ ਕਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਈਏ। ਅੱਜ ਦੀ ਇਸ ਵਿਚਾਰ ਦੇ ਅੰਦਰ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਆਪ ਉਹ ਸਵਾਲ ਪੁੱਛ ਸਕਦੇ ਹੋ, ਔਰ ਜੇ ਕਿਸੇ ਵੀਰ ਭੈਣ ਨੇ ਆਪਣੀ ਵਿਚਾਰ ਦੇਣੀ ਹੈ ਤਾਂ ਉਹ ਆਪਣੀ ਵਿਚਾਰ ਦੇ ਸਕਦੇ ਹੋ। ਮੇਰੇ ਵੱਲੋਂ ਹੋਈਆਂ ਭੁੱਲਾਂ ਦੀ ਖਿਮਾ। ਵੀਰ ਤਰਲੋਚਨ ਸਿੰਘ ਜੀ ਅਗਲੀ ਕਾਰਵਾਈ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਗਿਆਨੀ ਜੀ। ਤੇ ਜਿੱਦਾਂ ਤੁਸੀਂ ਸੁਣ ਹੀ ਲਿਆ ਜੀ ਸਾਰਿਆਂ ਨੇ, ਗਿਆਨੀ ਜੀ ਨੇ ਜਿੱਦਾਂ ਕਿਹਾ ਕਿ ਜੇ ਤੁਸੀਂ ਕੋਈ ਆਪਣੀ ਕੋਈ ਮਸ਼ਵਰਾ ਦੇਣਾ, ਕੋਈ ਸਵਾਲ ਪੁੱਛਣਾ, ਅਨਮਿਊਟ ਹੋ ਕੇ ਤੁਸੀਂ ਪੁੱਛ ਸਕਦੇ ਆ ਜੀ। ਸਾਰਿਆਂ ਨੂੰ ਇਨਵੀਟੇਸ਼ਨ ਹੈ। ਤੇ ਸਾਡੇ ਨਾਲ ਦੋ ਜਣੇ ਜੁੜੇ ਆ ਜੀ, ਸਵਿੰਦਰ ਕੌਰ ਤੇ ਸੁਰਿੰਦਰ ਕੌਰ ਟੂ। ਪਹਿਲਾਂ ਸਵਿੰਦਰ ਕੌਰ ਜੀ ਦੇ ਨਾਲ ਗੱਲ ਕਰ ਲਈ। ਸਵਿੰਦਰ ਕੌਰ ਜੀ। ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਮੇਰੀ ਭੈਣ, ਹਾਂਜੀ, ਕਬੂ ਅਪ ਕੀਰਤ ਮੈਂ ਆਵੇ ਦੇ ਵਿੱਚ ਨਿੰਦਿਆ ਦਾ ਮਤਲਬ ਕਿਹੜਾ ਅੱਖਰ ਦਾ ਮਤਲਬ ਨਿੰਦਿਆ? ਨਿੰਦਿਆ ਦਾ ਮਤਲਬ ਇਹ ਹੈਗਾ ਕਿ ਭੈਣ, ਜਿਸ ਤਰ੍ਹਾਂ ਨਾ ਅਸੀਂ ਆਪਣੇ ਸਵਾਰਥ ਵਾਸਤੇ ਜਦੋਂ ਕਿਸੇ ਦੇ ਔਗਣਾਂ ਨੂੰ ਗੁਣ ਬਣਾ ਕੇ ਪੇਸ਼ ਕਰਦੇ ਆ, ਉਹਨੂੰ ਅਸੀਂ ਨਿੰਦਿਆ ਕਹਿੰਦੇ ਆ। ਮਿਸਾਲ ਵਜੋਂ ਕਿ ਤੁਹਾਡੇ ਅੰਦਰ ਕੋਈ ਗੁਣ ਹੈ ਜੀ, ਔਰ ਤੁਸੀਂ ਕਿਸੇ ਜੌਬ ਤੇ ਹੋ ਜੀ, ਤੇ ਉਹ ਜੌਬ ਮੈਨੂੰ ਮਿਲ ਸਕਦੀ ਹੈ ਜੇ ਮੈਂ ਤੁਹਾਨੂੰ ਉੱਥੋਂ ਹਟਾ ਦਿਆਂ, ਤਾਂ ਫਿਰ ਮੈਂ ਤੁਹਾਡੀਆਂ ਸ਼ਿਕਾਇਤਾਂ ਕਰਾਂ ਕਿ ਨਾ ਜੀ ਨਾ ਉਹਦੇ ਵਿੱਚ ਗੁਣ ਨਹੀਂ, ਉਹ ਤੇ ਭੈਣ ਐਵੇਂ ਪਖੰਡ ਕਰਦੀ, ਉਹਦੇ ਵਿੱਚ ਤੇ ਇਹ ਔਗਣ ਨੇ, ਉਹ ਤੇ ਐਵੇਂ ਦੀ, ਉਹ ਤੇ ਚੋਰੀਆਂ ਕਰ ਲੈਂਦੀ, ਕੁਛ ਇਹਨੂੰ ਨਿੰਦਿਆ ਕਹਿੰਦੇ ਨੇ। ਯਾਨੀ ਆਪਣੇ ਸਵਾਰਥ ਵਾਸਤੇ ਕਿਸੇ ਦੇ ਗੁਣਾਂ ਨੂੰ ਔਗਣ ਬਣਾ ਕੇ ਪੇਸ਼ ਕਰਨਾ, ਇਹਨੂੰ ਕਹਿੰਦੇ ਨੇ ਨਿੰਦਿਆ। ਤੇ ਆਪਣੇ ਸਵਾਰਥ ਵਾਸਤੇ ਕਿਸੇ ਦੇ ਔਗਣਾਂ ਨੂੰ ਗੁਣ ਬਣਾ ਕੇ ਪੇਸ਼ ਕਰਨਾ, ਇਹਨੂੰ ਕਹਿੰਦੇ ਨੇ ਚਾਪਲੂਸੀ ਜਾਂ ਉਸਤਤ। ਲੇਕਿਨ ਜੋ ਜੈਸਾ ਹੈ ਸੱਚੀ ਭਾਵਨਾ ਦੇ ਨਾਲ ਉਹਨੂੰ ਪੇਸ਼ ਕਰਨਾ, ਉਹਨੂੰ ਕਹਿੰਦੇ ਨੇ ਸੱਚ। ਤਾਂ ਕਬਹੂ ਅਪਕੀਰਤ ਮਹਿ ਆਵੇ ਦਾ ਮਤਲਬ ਕਦੇ ਇਹ ਬੰਦਾ ਆਪਣੀ ਨਿੰਦਿਆ ਕਰਾਂਦਾ ਹੈ, ਜਿਵੇਂ ਵਕਤੀ ਤੌਰ ਤੇ ਅਸੀਂ ਕਹਿ ਦਿੰਦੇ ਨਾ ਜੀ ਮੈਂ ਤੇ ਪਾਪੀ ਅਪਰਾਧੀ ਹਾਂ, ਇਹ ਅਪਕੀਰਤ ਦਾ ਮਤਲਬ ਨਿੰਦਿਆ ਹੋ ਗਈ? ਨਹੀਂ, ਅਪਕੀਰਤ ਦਾ ਮਤਲਬ ਹੁੰਦਾ ਆਪਣੀ ਸ਼ੋਭਾ ਘਟਾਣੀ, ਬੇਇੱਜ਼ਤੀ ਕਰਾਣੀ, ਅਪਯਸ਼ ਕਰਾਣਾ, ਬੁਰਾਈ ਕਰਾਣੀ। ਅੱਛਾ ਜੀ। ਅਪਕੀਰਤ ਦਾ ਮਤਲਬ ਬੁਰਾਈ। ਅੱਛਾ ਜੀ। ਕੀਰਤ ਦਾ ਮਤਲਬ ਹੈਗਾ ਸਿਫਤ। ਹਾਂਜੀ। ਵੀ ਤੁਸੀਂ ਬਹੁਤ ਚੰਗੇ ਹੋ ਜੀ, ਤੁਸੀਂ ਸਬਜ਼ੀ ਭਾਜੀ ਬਹੁਤ ਬਣਾਉਂਦੇ ਹੋ, ਤੁਸੀਂ ਬੜੇ ਵਿਦਵਾਨ ਹੋ ਜਾਂ ਕੁਛ। ਤੇ ਅਪਕੀਰਤ ਦਾ ਮਤਲਬ ਇਹ ਹੁੰਦਾ ਕਿ ਉਹ ਫਲਾਂ, ਉਹਦੀ ਤਾਂ ਸਬਜ਼ੀ ਭਾਜੀ ਬੜੀ ਬੇਕਾਰ ਹੁੰਦੀ ਹੈ, ਉਹਨੂੰ ਤਾਂ ਕੱਪੜੇ ਪਾਉਣ ਦਾ ਢੰਗ ਨਹੀਂ, ਉਹਨੂੰ ਕੁਛ ਪਤਾ ਨਹੀਂ, ਉਹਨੂੰ ਤੇ ਮੈਥ ਵੀ ਨਹੀਂ ਹੁੰਦਾ, 2 ਤੇ 2 4 ਵੀ ਨਹੀਂ, ਇਹਨੂੰ ਅਪਕੀਰਤ ਕਹਿੰਦੇ ਨੇ, ਬੁਰਾਈ। ਅੱਛਾ ਜੀ, ਥੈਂਕ ਯੂ ਜੀ। ਠੀਕ ਹੈ ਜੀ, ਮਿਹਰਬਾਨੀ, ਧੰਨਵਾਦ ਜੀ ਤੁਹਾਡਾ। ਤੇ ਸੁਰਿੰਦਰ ਕੌਰ ਜੀ ਤੇ ਉਹਦੇ ਬਾਅਦ ਚ ਸ਼ਸ਼ੀ ਬੱਤਰਾ ਜੀ, ਤੁਸੀਂ ਰੈਡੀ ਰਹੋ। ਸੁਰਿੰਦਰ ਕੌਰ ਜੀ। ਗਿਆਨੀ ਜੀ, ਆਗਿਆਕਾਰੀ ਵਪਰਾ ਜੀਓ, ਇਹ ਦੁਬਾਰਾ ਸਮਝਾ ਦੋਗੇ? ਵਪਰਾ ਦਾ ਮਤਲਬ ਮੇਰੀ ਭੈਣ ਹੈਗਾ ਵਿਚਾਰਾ। ਆਗਿਆਕਾਰੀ ਦਾ ਮਤਲਬ ਹੁਕਮ ਦੇ ਵਿੱਚ ਚੱਲਣ ਵਾਲਾ। ਇਸ ਵਿਚਾਰੇ ਜੀਵ ਦੇ ਹੱਥ ਵਿੱਚ ਕੁਛ ਨਹੀਂ, ਇਹ ਹੁਕਮ ਤੋਂ ਬਾਹਰ ਕੁਛ ਨਹੀਂ ਕਰ ਸਕਦਾ। ਜਿਵੇਂ ਅਸੀਂ ਹਾਂ ਤਾਂ ਅਸੀਂ ਆਕਸੀਜਨ ਦੇ ਨਾਲ ਜਿੰਦਾ ਰਹਿ ਸਕਦੇ ਹਾਂ, ਜਿੰਨਾ ਮਰਜ਼ੀ ਅਸੀਂ ਤਾਕਤ ਲਾ ਲਈਏ ਅਸੀਂ ਕਾਰਬਨ ਮੋਨੋਆਕਸਾਈਡ ਨਾਲ ਜਿੰਦਾ ਨਹੀਂ ਰਹਿ ਸਕਦੇ। ਅਸੀਂ ਜਿੰਨੀ ਮਰਜ਼ੀ ਤਾਕਤਵਰ ਹੋਈਏ, ਅਸੀਂ ਰੱਬੀ ਰਜ਼ਾ ਤੋਂ ਬਾਹਰ ਕੁਛ ਨਹੀਂ ਕਰ ਸਕਦੇ। ਇਹਨੂੰ ਕਹਿੰਦੇ ਨੇ ਆਗਿਆਕਾਰੀ। ਵਿਚਾਰਾ ਹੈ ਜੀਵ, ਇਹਦੇ ਵੱਸ ਵਿੱਚ ਕੁਛ ਨਹੀਂ, ਸਿਰਫ ਹੁਕਮ ਦੇ ਵਿੱਚ ਤੁਰ ਸਕਦਾ, ਹੁਕਮ ਤੋਂ ਬਾਹਰ। ਧੰਨਵਾਦ। ਠੀਕ ਹੈ ਜੀ, ਧੰਨਵਾਦ ਜੀ। ਤੇ ਸ਼ਸ਼ੀ ਬੱਤਰਾ ਜੀ। ਸ਼ਸ਼ੀ ਜੀ, ਤੁਸੀਂ ਅਨਮਿਊਟ ਹੋਏ, ਮੈਂ ਕਿਹਾ ਸ਼ਾਇਦ ਤੁਸੀਂ ਕੋਈ ਗੱਲ ਕਰਨੀ ਹੈ। ਠੀਕ ਹੈ ਜੀ, ਕੋਈ ਗੱਲ ਨਹੀਂ। ਹੋਰ ਕਿਸੇ ਨੇ ਕੋਈ ਗੱਲ ਕਰਨੀ ਹੋਵੇ ਤਾਂ ਅਨਮਿਊਟ ਹੋ ਜਾਓ ਜੀ, ਨਹੀਂ ਤਾਂ ਫਿਰ ਆਪਾਂ ਸਮਾਪਤੀ ਕਰ ਦਿੰਦੇ ਹਾਂ। ਭਾਈ ਗਗਨਦੀਪ ਸਿੰਘ ਜੀ। ਹਾਂਜੀ ਹਾਂਜੀ, ਫਤਿਹ ਜੀ। ਫਤਿਹ ਜੀ। ਹਾਂਜੀ ਮਾਰੇ, ਮੈਂ ਕੀਰਤਨ ਕਰ ਰਿਹਾ ਸੀ, ਮੈਂ ਇੱਕ ਸ਼ਬਦ ਪੜ੍ਹਿਆ ਤਾਂ ਮੇਰੇ ਤੇ ਬਹੁਤ ਪ੍ਰਭਾਵ ਪਿਆ ਉਹ ਸ਼ਬਦ ਦਾ।
ਤੇ ਭਗਤ ਨਾਮਦੇਵ ਜੀ ਦਾ ਸ਼ਬਦ ਆ 1164 ਅੰਗ ਤੇ ਆ। ਹਾਂਜੀ। ਉਹ ਮਹਾਰਾਜ ਕਹਿੰਦੇ ਉਹਦੇ ਵਿੱਚ ਜਿਉਂ ਰਾਮ ਰਾਖੈ ਤਿਉਂ ਰਹੀ ਹੈ ਰੇ ਭਾਈ, ਹਰ ਕੀ ਮਹਿਮਾ ਕਿਛ ਕਥਨ ਨਾ ਜਾਈ, ਕਬਹੂ ਖੀਰ ਖਾਂਡ ਘੀਓ ਨਾ ਭਾਵੈ। ਮਾੜਾ ਜਿਹਾ ਤੁਸੀਂ ਸੰਗਤ ਨੂੰ ਐਕਸਪਲੇਨ ਕਰ ਦਿਓ, ਥੋੜਾ ਜਿਹਾ ਕਰ ਦਿਓ। ਹਾਂਜੀ ਵੀਰ ਗਗਨਦੀਪ ਜੀ ਬੇਟੇ, ਉਹ ਇਹਦੇ ਵਿੱਚ ਵੀ ਨਾ ਇਹੋ ਹੀ ਹੁਕਮ ਦੀ ਗੱਲ ਵੀ ਜਿਵੇਂ ਰੱਬ ਰੱਖਦਾ ਉਵੇਂ ਹੀ ਸਾਨੂੰ ਰਹਿਣਾ ਪੈਂਦਾ ਹੈ। ਯਾਨੀ ਅਸੀਂ ਹੁਕਮ ਤੋਂ ਬਾਹਰ ਨਹੀਂ ਰਹਿ ਸਕਦੇ। ਜਿਵੇਂ ਅਸੀਂ ਧਰਤੀ ਤੇ ਵਸਿੰਦੇ ਹਾਂ ਤੇ ਧਰਤੀ ਤੇ ਹੀ ਰਹਿ ਸਕਾਂਗੇ, ਪਾਣੀ ਵਿੱਚ ਨਹੀਂ ਰਹਿ ਸਕਦੇ। ਅਸੀਂ ਆਕਸੀਜਨ ਨਾਲ ਜੀਣਾ ਹੈ ਤਾਂ ਆਕਸੀਜਨ ਨਾਲ ਹੀ ਜੀ ਸਕਾਂਗੇ, ਕਾਰਬਨ ਮੋਨੋਆਕਸਾਈਡ ਨਾਲ ਨਹੀਂ। ਯਾਨੀ ਜੋ ਕੁਦਰਤ ਦੇ ਨੇਮ ਨੇ ਉਹਨਾਂ ਦੇ ਵਿੱਚ ਹੀ ਅਸੀਂ ਰਹਿ ਸਕਦੇ ਹਾਂ। ਤੇ ਬੰਦੇ ਦੀ ਬਿਰਤੀ ਹੈ, ਕਦੇ ਬੰਦਾ ਮਿਹਨਤ ਕਰਦਾ ਹੈ ਤੇ ਉਹਦੇ ਘਿਓ ਖੰਡ 36 ਕਿਸਮ ਦੇ ਪਦਾਰਥ ਉਹਦੇ ਕੋਲ ਹੁੰਦੇ ਨੇ ਤੇ ਉਹ ਵੀ ਉਹਨੂੰ ਚੰਗੇ ਨਹੀਂ ਲੱਗਦੇ ਤੇ ਉਹ ਕਹਿੰਦਾ ਮੈਂ ਹੋਰ ਖਾਵਾਂ। ਲੇਕਿਨ ਕਬਹੂ ਕੂਰਨ ਚਨੇ ਬਿਨਾਵੇ, ਕਦੇ ਇਹ ਛੋਲੇ ਚੁਗਦਾ ਫਿਰਦਾ ਹੈ, ਯਾਨੀ ਰੁੱਖੀ ਮਿੱਸੀ ਖਾਂਦਾ ਹੈ। ਤਾਂ ਇਹ ਸਾਰਾ ਸਿਸਟਮ ਦੇ ਵਿੱਚ ਹੈ। ਕਿਉਂਕਿ ਜੇ ਤੁਸੀਂ ਚੰਗੀ ਰੋਟੀ ਖਾਣੀ ਹੈ ਜਾਂ ਕਮਾਈ ਕਰਨੀ ਹੈ ਜਾਂ ਕੁਝ ਵੀ, ਤਾਂ ਉਹਦੀਆਂ ਕੁਝ ਰਿਕੁਆਇਰਮੈਂਟ ਨੇ, ਉਹ ਪੂਰੀਆਂ ਕਰਨੀਆਂ ਪੈਣਗੀਆਂ। ਜੇ ਉਹ ਰਿਕੁਆਇਰਮੈਂਟ ਪੂਰੀ ਨਹੀਂ ਕਰੋਗੇ, ਉਸ ਸਿਸਟਮ ਨੂੰ ਫੋਲੋ ਨਹੀਂ ਕਰੋਗੇ, ਤਾਂ ਉਹ ਕੁਝ ਨਹੀਂ ਮਿਲੇਗਾ। ਤਾਂ ਇਹ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਸਾਰਾ ਕੁਝ ਸਿਸਟਮ ਹੈ, ਸਿਸਟਮ ਤੋਂ ਬਾਹਰ ਕੁਝ ਨਹੀਂ ਹੈ। ਸਿਸਟਮ ਦਾ ਮਤਲਬ ਰੱਬ ਦੀ ਰਜ਼ਾ, ਭਾਣਾ ਜਾਂ ਹੁਕਮ, ਲੇਖ। ਉਹਦੇ ਵਾਸਤੇ ਅਸੀਂ ਇੱਕ ਸ਼ਬਦ ਸਮਝ ਸਕਦੇ ਹਾਂ ਸਿਸਟਮ, ਕਿ ਸਿਸਟਮ ਤੋਂ ਬਾਹਰ ਕੁਝ ਨਹੀਂ ਹੈ। ਜਿਵੇਂ ਫਾਰ ਐਗਜ਼ਾਮਪਲ ਤੁਸੀਂ ਹੋ, ਤਾਂ ਹੁਣ ਤੁਸੀਂ ਕੀਰਤਨ ਕਰ ਲੈਂਦੇ ਹੋ, ਤਾਂ ਕੀਰਤਨ ਤੁਸੀਂ ਤਾਂ ਕਰ ਲੈਂਦੇ ਹੋ ਕਿ ਤੁਸੀਂ 4-5 ਸਾਲ ਲਗਾ ਕੇ ਕੀਰਤਨ ਸਿੱਖਿਆ ਹੈ। ਇਹ ਸਿਸਟਮ ਹੈ ਨਾ। ਤੇ ਹੁਣ ਬੇਸ਼ੱਕ ਮੈਂ ਤੁਹਾਡੀ ਏਜ ਤੋਂ ਜ਼ਿਆਦਾ ਵਾਂ, ਮੈਂ ਗੁਰਬਾਣੀ ਦੀ ਕਥਾ ਕਰ ਸਕਦਾ, ਪਰ ਮੈਂ ਕੀਰਤਨ ਨਹੀਂ ਕਰ ਸਕਦਾ ਕਿਉਂਕਿ ਸਿਸਟਮ ਹੈ, ਮੈਂ ਸਿੱਖਿਆ ਹੀ ਨਹੀਂ, ਮੈਂ ਕਰ ਹੀ ਨਹੀਂ ਸਕਾਂਗਾ। ਜੋ ਮਰਜ਼ੀ ਕਰਾਂ, ਜਦੋਂ ਤੱਕ ਮੈਂ ਸਿੱਖਦਾ ਨਹੀਂ ਕਰ ਸਕਦਾ। ਜੇ ਮੈਂ ਸਿੱਖਾਂਗਾ, ਉਸ ਸਿਸਟਮ ਨੂੰ ਫੋਲੋ ਕਰਾਂਗਾ, ਤਾਂ ਮੈਂ ਵੀ ਕਰ ਸਕਾਂਗਾ। ਠੀਕ ਹੈ ਨਾ। ਇਹ ਸਾਰਾ ਰਜ਼ਾ ਦੇ ਵਿੱਚ। ਹਾਂਜੀ, ਧੰਨਵਾਦ। ਧੰਨਵਾਦ ਜੀ ਗਗਨਦੀਪ ਸਿੰਘ ਜੀ। ਤੇ ਬਾਕੀ ਤਾਂ ਹੋਰ ਕੋਈ ਅਨਮਿਊਟ ਨਹੀਂ ਜੀ, ਤੇ ਇਸ ਕਰਕੇ ਅਸੀਂ ਇੱਥੇ ਸਮਾਪਤੀ ਕਰਨ ਲੱਗੇ ਜੀ। ਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਆਪਾਂ ਕੱਲ ਨੂੰ 1 ਵਜੇ ਫੇਰ ਇੱਥੇ ਇੰਗਲੈਂਡ ਦੇ ਟਾਈਮ ਦੇ ਮੁਤਾਬਕ ਫਿਰ ਵਾਪਸ ਆਵਾਂਗੇ ਜੀ। ਉੱਥੇ ਹੀ ਆਪਾਂ ਫਤਿਹ ਬੁਲਾ ਲਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।